ਤੇ ਤੁਹਾਡੇ ਚਿਹਰੇ ਹੀ ਦੱਸਦੇ ਪਏ ਆ ਵੀ ਤੁਸੀਂ ਪੀਸੀ ਕਿਵੇਂ ਦੇਖਣਾ ਚਾਹੁੰਦੇ ਹੋ, ਤੇ ਉਹ ਤੁਹਾਡੇ ਚਿਹਰੇ ਦੇਖ ਰਹੇ ਆ। ਤੇ ਜਿਹੜਾ ਇਤਿਹਾਸਿਕ ਦਿਨ ਆਪਾਂ ਨੂੰ ਬੜੇ ਦੇਰ ਤੋਂ ਉਡੀਕ ਸੀਗੀ, ਤੇ ਜਿਹਦੇ ਵਿੱਚ ਹਰ ਵਰਗ ਨੇ ਵੱਡਾ ਤੁਹਾਡਾ ਅੰਦੋਲਨ ਸਾਥ ਰਿਹਾ, ਮੀਡੀਆ ਵਾਲਿਆਂ ਦਾ। ਤੁਸੀਂ ਸਾਨੂੰ ਵਰਲਡ ਤੱਕ ਪਹੁੰਚਾਇਆ, ਇਸ ਅੰਦੋਲਨ ਨੂੰ ਵਰਲਡ ਤੱਕ ਪਹੁੰਚਾਇਆ, ਤੇ ਤੁਹਾਡਾ ਸਾਰੇ ਮੀਡੀਆ ਦਾ ਪਹਿਲਾਂ ਬਹੁਤ ਬਹੁਤ ਧੰਨਵਾਦ। ਤੇ ਨਾਲੇ ਜਿਨ੍ਹਾਂ ਵੀਰਾਂ ਨੇ ਇੱਥੇ ਲੰਗਰ ਲਾਏ, ਜਿਹੜੇ ਸੰਸਥਾ ਨੇ ਲੰਗਰ ਲਾਏ, ਜਿਹੜੇ ਵਰਗ ਨੇ ਇੱਥੇ ਆ ਕੇ ਹਰ ਤਰੀਕੇ ਨਾਲ ਤਨ ਮਨ ਧਨ ਨਾਲ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ, ਉਹਨਾਂ ਦਾ ਵੀ ਸਾਰਾ ਧੰਨਵਾਦ। ਤੇ ਅੱਜ ਜਿਹੜਾ ਆਪਾਂ ਨੂੰ ਇਤਿਹਾਸਿਕ ਦਿਨ ਤੌਰ 'ਤੇ ਮੰਨਿਆ ਜਾ ਸਕਦਾ ਵੀ 3 ਕਾਨੂੰਨਾਂ ਖਾਤਰ 2 ਕਾਨੂੰਨਾਂ ਦੇ ਵਿੱਚ ਕਿਸਾਨਾਂ ਨੂੰ ਪਰਾਲੀ ਦੇ ਜਿਹੜਾ ਪੋਲਿਊਸ਼ਨ ਦਾ ਐਕਟ ਸੀ, ਨਾਲ ਬਿਜਲੀ ਐਕਟ, 5 ਦੇ ਵਿੱਚੋਂ ਆਪਾਂ ਅੰਦੋਲਨ ਪੂਰਨ ਤੌਰ ਤੇ ਇਸ 5 ਕਾਨੂੰਨਾਂ ਤੇ ਆਪਾਂ ਜਿੱਤ ਹਾਸਲ ਕੀਤੀ ਆ। ਤੇ ਇੱਕੋ ਦਿਨ ਇਤਿਹਾਸਿਕ ਆ ਇਹ ਵੀ ਲੋਕ ਸਭਾ ਦੇ ਵਿੱਚ ਵੀ ਪੇਸ਼ ਹੋਇਆ, ਨਾਲ ਉਹ 'ਚ ਪਾਸ ਹੋਇਆ, ਨਾਲ ਰਿਪੀਲ ਤੌਰ ਤੇ ਰਾਜ ਸਭਾ 'ਚ ਪੇਸ਼ ਹੋਇਆ, ਤੇ ਰਾਜ ਸਭਾ 'ਚ ਵੀ ਪਾਸ ਹੋ ਗਿਆ। ਇਹ ਅੱਜ ਤੱਕ ਕਦੀ ਨਹੀਂ ਹੋਇਆ, ਤੇ ਐਡੀ ਵੱਡੀ ਕਿਸਾਨ ਅੰਦੋਲਨ ਦੀ ਜਿੱਤ ਇਹ ਨਾ ਅੱਜ ਤੱਕ ਕਦੀ ਹੋਈ ਸੀ। ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀ ਜਿੱਤਾਂ ਨੂੰ ਯਾਦ ਕੀਤਾ ਜਾਊਗਾ। ਤੇ ਇਸ ਜਿੱਤ ਤੋਂ ਬਾਅਦ ਆਪਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਤੇ ਅਗਲਾ ਗੱਲ ਪੁਰਜਗਿਲ ਸਿੰਘ ਗੱਲ ਕਰਨਗੇ ਜੀ। ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹੂੰਗਾ ਕਿ ਜਿਹੜਾ ਇਹ ਅੰਦੋਲਨ ਆ, ਇਸ ਸਦੀ ਦਾ ਸਭ ਤੋਂ ਵੱਡਾ, ਸਭ ਤੋਂ ਵੱਡੀ ਗੈਦਰਿੰਗ ਵਾਲਾ ਤੇ ਸਭ ਤੋਂ ਪੀਸਫੁਲ ਅੰਦੋਲਨ ਮੰਨਿਆ ਜਾ ਚੁੱਕਿਆ ਹੈ। ਇਤਿਹਾਸ ਦੇ ਵਿੱਚ ਇੱਕ ਨਵੀਂ ਮਹਾਨ ਜਿੱਤ ਅਸੀਂ ਦਰਜ ਕਰਾ ਚੁੱਕਿਆ ਹੈ ਸੰਯੁਕਤ ਕਿਸਾਨ ਮੋਰਚਾ। ਦੂਸਰੀ ਗੱਲ ਜਿਹੜੀ ਹਰਮੀਤ ਸਿੰਘ ਕਾਦੀਆ ਨੇ ਕਹੀ ਹੈ ਕਿ 3 ਕਾਨੂੰਨ ਰੱਦ ਹੋ ਚੁੱਕੇ ਹੈ, ਬੜੀ ਸਾਡੇ ਇਹ ਮਾਣ ਵਾਲੀ ਗੱਲ ਹੈ। ਜਿਹੜੇ ਕਹਿੰਦੇ ਸੀ ਮੋਦੀ ਹੈ ਤਾਂ ਮੁਮਕਿਨ ਹੈ, ਜੋ ਮੋਦੀ ਨੇ ਕਹਿਤਾ ਉਹ ਕਦੇ ਵੀ ਪੁੱਠਾ ਨਹੀਂ ਜਾਂਦਾ ਹੁੰਦਾ, ਵਾਪਸ ਨਹੀਂ ਜਾਂਦਾ ਹੁੰਦਾ। ਉਹ ਅਸੀਂ ਸਿੱਧ ਕਰ ਦਿਖਾਇਆ ਕਿ ਲੋਕ ਵੱਡੇ ਹੁੰਦੇ ਆ, ਹਕੂਮਤਾਂ ਨਹੀਂ ਵੱਡੀਆਂ ਹੁੰਦੀਆਂ। ਅੱਜ ਲੋਕਾਂ ਦੀ ਕਚਹਿਰੀ ਨੇ ਜੋ ਫੈਸਲਾ ਕੀਤਾ ਸੀ ਕਿ 3 ਕਾਨੂੰਨ ਰੱਦ ਕਰੋ, ਉਹ ਰੱਦ ਹੋ ਚੁੱਕਿਆ। ਲੋਕਾਂ ਦੀ ਕਚਹਿਰੀ ਦੀ ਜਿੱਤ ਹੋਈ ਹੈ। ਦੂਸਰੀ ਗੱਲ, ਜਿਹੜਾ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀ ਕਿ ਅਸੀਂ ਕਮੇਟੀ ਬਣਾਵਾਂਗੇ MSP ਤੇ, ਉਹ ਅਜੇ ਬਾਕੀ ਰਹਿੰਦਾ ਹੈ। ਉਹਨਾਂ ਨੇ ਐਲਾਨ ਅਜੇ ਨਹੀਂ ਕੀਤਾ ਅੱਜ ਦੇ ਸੈਸ਼ਨ ਦੇ ਵਿੱਚ। ਇੱਕ ਜਿਹੜਾ ਬਿੱਲ 2020 ਬਿਜਲੀ ਸੋਧ ਐਕਟ, ਉਹ ਵੀ ਅਜੇ ਰਹਿੰਦਾ। ਜਿਹੜੇ ਕੇਸ ਹੈ, ਬੇਸ਼ੱਕ ਉਹਨਾਂ ਦਾ ਇੱਕ ਵਾਰ ਐਲਾਨ ਉਹਨਾਂ ਨੇ ਕਰਤਾ, ਪਰ ਉਹਦੇ ਤੇ ਤਸੱਲੀ ਨਹੀਂ ਵੱਜਦੀ। ਉਹ ਗ੍ਰਹਿ ਵਿਭਾਗ ਐਲਾਨ ਕਰੇ ਕਿ ਦੂਸਰੀਆਂ ਸਟੇਟਾਂ ਨੂੰ ਕਹਿ ਕੇ ਅਸੀਂ ਇਹ ਜਿਹੜੇ ਕੇਸ ਆ ਇਹ ਖਾਰਜ ਕਰਾਵਾਂਗੇ। ਇਵੇਂ ਜਿਵੇਂ ਕੰਪਨਸੇਸ਼ਨ ਵਾਲੀ ਵੀ ਕਹਿਣ ਵੀ ਉਹਨੂੰ ਲਾਗੂ ਕਰੋ। ਇਹ ਜਿਹੜੀਆਂ ਮੰਗਾਂ ਹੈ ਉਹ ਕੱਲ੍ਹ ਦੇ ਸੈਸ਼ਨ ਦੇ ਵਿੱਚ ਅਸੀਂ ਮੰਗ ਕਰਾਂਗੇ ਕਿ ਕੱਲ੍ਹ ਦੇ ਸੈਸ਼ਨ ਦੇ ਵਿੱਚ ਬਾਕੀ ਰਹਿੰਦੀਆਂ ਜਿਹੜੀਆਂ ਮੰਗਾਂ ਹੈ, ਜੋ ਅਸੀਂ PM ਨੂੰ ਖੁੱਲ੍ਹਾ ਖਤ ਲਿਖਿਆ ਸੀ ਉਹਦੇ ਵਿੱਚ ਉਹ ਦਰਜ ਹੈ, ਉਹਨਾਂ ਦਾ ਐਲਾਨ ਕਰ ਦੇਣ। ਤਾਂ ਅਸੀਂ ਪਰਸੋਂ SKM ਦੀ ਮੀਟਿੰਗ ਬੁਲਾਈ ਹੈ, ਉਹ ਮੀਟਿੰਗ ਦੇ ਵਿੱਚ ਅਗਲਾ ਅਸੀਂ ਫੈਸਲਾ ਲੈ ਲਵਾਂਗੇ। 1 ਤਰੀਕ ਨੂੰ SKM ਦੀ ਮੀਟਿੰਗ ਹੋਊਗੀ। ਜਿਹੜਾ ਅਗਲੇ ਫੈਸਲਾ ਅੰਦੋਲਨ ਦੀ ਜਿਹੜੀ ਜਿੱਤ ਆ ਅੱਜ ਹੋ ਚੁੱਕੀ ਆ, ਅਗਲੇ ਜਿਵੇਂ ਵੀ ਅਗਲਾ ਕਾਰਵਾਈ ਹੋਣੀ ਆ, ਤੇ MSP ਦੀ ਕਮੇਟੀ ਤੋਂ ਬਗੈਰ ਜਿਵੇਂ ਵੀ ਫੈਸਲਾ ਇੱਕ ਦਿਨ ਦਾ ਸਮਾਂ ਦਿੰਦੇ ਆ ਸਰਕਾਰ ਨੂੰ, ਤੇ ਉਹ 1 ਤਰੀਕ ਦੀ ਮੀਟਿੰਗ 'ਚ ਅਗਲੇ ਫੈਸਲੇ ਸਾਰੇ ਸੰਯੁਕਤ ਤੌਰ ਤੇ ਸਾਰੀਆਂ ਸਟੇਟ ਵਿੱਚ ਬੈਠ ਕੇ SKM ਵੱਲੋਂ ਲਿੱਤੀ ਜਾਊਗੀ। ਇਹ ਸਪੈਸ਼ਲ ਕੰਡੀਸ਼ਨਸ ਕ੍ਰੀਏਟ ਹੋਈਆਂ। ਜਿਹੜਾ ਆਪਾਂ ਭਰੋਸਾ ਸੀ ਵੀ ਰਾਜ ਸਭਾ 'ਚ ਆਪਾਂ ਬਿੱਲ ਪਾਸ ਕਰਾਉਣਾ, ਆਪਾਂ ਲੋਕ ਸਭਾ 'ਚ ਬਿੱਲ ਪਾਸ ਕਰਾਉਣਾ, ਹੋ ਗਿਆ। ਇਸ ਕਰਕੇ ਐਮਰਜੈਂਸੀ ਮੀਟਿੰਗ 1 ਤਰੀਕ ਦੀ ਬੁਲਾਈ ਗਈ ਆ। ਤਾਂ 1 ਦਿਨ ਸਰਕਾਰ ਨੂੰ ਦਿੱਤਾ ਗਿਆ ਵੀ ਜਿਹੜੀਆਂ ਖੁੱਲੀ ਚਿੱਠੀ ਵਿੱਚ ਮੰਗਾਂ ਨੇ ਸਾਡੀਆਂ, ਉਹ ਵੀ ਪੂਰੀਆਂ ਕੀਤੀਆਂ ਜਾਣ। ਹੁਣ ਉਹ 1 ਨੂੰ ਆ ਗਈ ਆ, ਉਹ ਸ਼ਿਫਟ ਕਰਕੇ 1 ਨੂੰ ਕੀਤੀ ਜਾਊਗੀ। 4 ਦਸੰਬਰ ਦੀ ਜਿਹੜੀ ਮੀਟਿੰਗ ਆ ਉਹ ਜਿਉਂ ਦੇ ਤੋਂ ਆ, ਕਿਉਂਕਿ ਐਮਰਜੈਂਸੀ ਕੰਡੀਸ਼ਨ ਦੇ ਵਿੱਚ ਜਿਹੜੇ 42 ਆਪਣੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਜਾਂਦੇ ਹੁੰਦੇ ਸੀ, ਜਿਹੜੇ ਆਪਾਂ 11 ਦੇ ਦੌਰ ਦੀ ਮੀਟਿੰਗ 'ਚ ਰਹੇ ਆ, ਉਹ ਆ ਕੇ ਮੀਟਿੰਗ 1 ਤਰੀਕ ਨੂੰ ਸਪੈਸ਼ਲ ਕਰਨਗੇ। कितने बजे का समय रखा गया जी? 11 ਵਜੇ ਦਾ ਸਮਾਂ 1 ਤਰੀਕ ਨੂੰ। सर मनजीत राय जी ने, आपके नेता ने ये बात बोली थी कि जो ये पूरा आंदोलन इसको वापस लेना चाहिए क्योंकि सरकार ने मांगे मान नहीं है, और बाकायदा फेसबुक पे उन्होंने ये बात कही थी, और छोटे छोटे आंदोलन राज्यों में होते रहे, बाकी MSP को लंबा टाइम लगेगा, ये बात उन्होंने कही थी। इसको लेकर आप लोगों की 32 जत्थेबंदियों को क्या राय है? हमारी जो भी राय आती है हम एक बार बनाते हैं, उसके बाद वो राय SKM में रखते हैं, उसमें से पास होती है। इसीलिए
वो राय बना ली है और 1 तारीख में एसकेएम में रखेंगे, उसके बाद वो पास की जाएगी। क्या राय बनाई गई है? क्या राय बनाई गई? ये एसकेएम की मीटिंग में बताएंगे। चार्जशीट पेश हो चुकी है जी ਅਮੀਰ ਜੀ ਚਾਰਜਸ਼ੀਟ ਪੇਸ਼ ਹੋ ਚੁੱਕੀ ਹੈ ਸੁਪਰੀਮ ਕੋਰਟ ਦੇ ਵਿੱਚ। ਫਿਰ ਕੇਸ ਨਾ ਤਾਂ ਸਰਕਾਰ ਦੇ ਹੱਥ ਵੱਸ ਆ, ਨਾ ਹੋਮ ਮਿਨਿਸਟਰੀ ਦਾ, ਨਾ ਸਟੇਟ ਦੇ ਹੱਥ ਵੱਸ ਆ ਜੀ। ਫਿਰ ਉਸ ਪ੍ਰਕਿਰਿਆ ਨੂੰ ਜਿਹੜੀ ਹੈਗੀ ਲੀਗਲ ਪ੍ਰਕਿਰਿਆ ਉਹਨੂੰ ਕਿਵੇਂ ਵੇਖਦੇ? ਇਹੀ ਅਸੀਂ ਸਮਝਣਾ ਚਾਹੁੰਦੇ ਹਾਂ ਵੀ ਜਿਹੜੀ ਪ੍ਰਕਿਰਿਆ ਬੁਰਜਗਿੱਲ ਜੀ ਨੇ ਕਿਹਾ ਵੀ ਉਹ ਕੇਸ ਵਾਪਸ ਕਰਨ ਦੀ ਇੱਕ ਐਚਐਮ ਵੱਲੋਂ ਲੈਟਰ ਜਾਣੀ ਚਾਹੀਦੀਆਂ ਸਾਰੇ ਮਿਨਿਸਟਰਸ ਨੂੰ, ਹੋਮ ਮਿਨਿਸਟਰ ਨੂੰ, ਸਟੇਟਸ ਨੂੰ ਵੀ ਆਪਣੇ ਕੇਸ ਵਾਪਸ ਲਿੱਤੇ ਜਾਣ। ਉਹ ਪ੍ਰਕਿਰਿਆ ਨੂੰ ਸਮਝਣ ਵਾਸਤੇ 1 ਦਿਨ ਦਾ ਟਾਈਮ ਦਿੱਤਾ ਗਿਆ। ਸੰਗੂ ਸਾਹਿਬ ਪਹਿਲਾਂ ਤਾਂ ਸਾਫ਼ ਕਰ ਦਈਏ ਵੀ ਚਾਰਜਸ਼ੀਟ ਸੁਪਰੀਮ ਕੋਰਟ 'ਚ ਪੇਸ਼ ਨਹੀਂ ਹੁੰਦੀ। ਨਹੀਂ ਮੈਂ ਇੱਥੇ ਹੀ ਹਾਂ, ਮੈਂ ਸਿਰਫ ਬੇਨਤੀ ਇਹ ਕਰਦਾ ਪਹਿਲਾਂ ਜਿਹੜੀ ਚਾਰਜਸ਼ੀਟ ਹੈ ਨਾ ਉਹ ਸੁਪਰੀਮ ਕੋਰਟ 'ਚ ਨਹੀਂ ਪੇਸ਼ ਹੋਇਆ ਕਰਦੀ। ਇਹ ਟ੍ਰਾਇਲ ਕੋਰਟ ਦਾ ਮਾਮਲਾ ਹੈ। ਕੇਸ ਜਿਹੜੇ ਦਰਜ ਹੋਏ ਨੇ ਜਿਸ ਪੁਲਿਸ ਸਟੇਸ਼ਨ ਦੀ ਜੁਰਿਡਿਕਸ਼ਨ ਹੁੰਦੀ ਹੈ ਉਸ ਕੋਰਟ 'ਚ ਚਾਰਜਸ਼ੀਟ ਪੇਸ਼ ਹੁੰਦੀ ਹੈ। ਸਿਰਫ ਦਿੱਲੀ ਦੇ ਵਿੱਚ ਲਾਲ ਕਿਲੇ ਜਿਹੜੀ FIR ਹੈ ਇੱਕੋ ਹੀ ਚਾਰਜਸ਼ੀਟ ਪੇਸ਼ ਹੋਈ ਹੈ, ਬਾਕੀ ਕਿਸੇ ਕੇਸ 'ਚ ਪੇਸ਼ ਹੋਈ ਨਹੀਂ। ਨਾ ਕਿਸੇ ਸਟੇਟ 'ਚ ਪੇਸ਼ ਹੋਈ ਹੈ, ਨਾ ਕਿਤੇ ਹਰਿਆਣੇ 'ਚ ਹੋਈ ਹੈ। ਇਸ ਲਈ ਮੀਅਰ FIR ਨੇ, ਜਿਹੜੀ ਮੀਅਰ FIR ਹੈ ਨੂੰ ਹੋਮ ਮਿਨਿਸਟਰੀ ਆਰਡਰ ਕਰੇ ਤਾਂ ਉਹ ਇੱਕਦਮ ਕੈਂਸਲ ਹੋ ਜਾਂਦੀ ਹੈ। ਜੇ ਚਾਰਜਸ਼ੀਟ ਪੇਸ਼ ਹੁੰਦੀ ਹੈ ਤਾਂ 301 CRPC ਦੇ ਵਿੱਚ ਵਿਡਰਾਲ ਫਰੋਮ ਪ੍ਰੋਸੀਕਿਊਸ਼ਨ ਇੱਕ ਐਪਲੀਕੇਸ਼ਨ ਦੇਣੀ ਪੈਂਦੀ ਹੈ, ਉਹ ਵਿਡਰਾ ਹੋ ਜਾਂਦੇ ਨੇ। ਸੋ ਇਹ ਹੋ ਰਿਹਾ ਜਿਵੇਂ ਕਾਦੀਆਂ ਸਾਹਿਬ ਨੇ ਦੱਸਿਆ, ਦੈਟ ਇਜ਼ ਇਨ ਦਾ ਪ੍ਰੋਸੈਸ, ਦੈਟ ਵਿਲ ਬੀ ਡਨ। ਜਿਹੜੇ ਮਸਲਿਆਂ ਦੀ NIA ਜਾਂਚ ਕਰ ਰਿਹਾ, ਉਹ NIA ਜਾਂਚ ਕਰ ਰਿਹਾ, ਜਿਹੜੇ ਮਸਲਿਆਂ ਦੀ NIA ਜਾਂਚ ਕਰ ਰਿਹਾ, ਜਿਹੜੇ ਮਸਲਿਆਂ ਦੀ ਇਨਵੈਸਟੀਗੇਸ਼ਨ ਕੀਤਾ ਜਾ ਰਿਹਾ, ਉਹ ਤਾਂ ਆਲਰੇਡੀ ਕੈਂਸਲ ਹੋ ਗਈ ਸੀ। ਉਹਨਾਂ ਕੋਈ ਨੇ ਇਸ ਤਾਂ ਪੇਸ਼ ਹੀ ਨਹੀਂ ਹੋਇਆ। ਅਸੀਂ ਪਹਿਲਾਂ ਨੂੰ ਰਿਜੈਕਟ ਕਰਤਾ ਸੀ। ਜੇਕਰ NIA ਦਾ ਨੋਟਿਸ ਕਿਸੇ ਨੂੰ ਹੈ, ਅੰਦੋਲਨ 1 ਤਰੀਕ ਤੱਕ ਅਗਲੇ ਮੀਟਿੰਗ ਦਾ ਜੋ ਅੰਦੋਲਨ ਜਾਰੀ ਰਹੇਗਾ, 1 ਤਰੀਕ ਤੱਕ ਚਲੇਗਾ। ਹਰਮੀਤ ਜੀ ਜਿਹੜਾ ਕੰਪਨਸੇਸ਼ਨ ਦੇਣਾ ਸੀ ਕਿਸਾਨ ਆਗੂਆਂ ਨੇ 32 ਜਥੇਬੰਦੀਆਂ ਸੰਯੁਕਤ ਕਿਸਾਨ ਨੂੰ 2-2 ਲੱਖ ਰੁਪਇਆ ਸ਼ਹੀਦ ਕਿਸਾਨਾਂ ਨੂੰ, ਉਹ ਕਦੋਂ ਤੱਕ ਦਿੱਤਾ? ਕਿੰਨੇ ਕੁ ਨੂੰ ਦੇਤਾ ਜੀ ਸੰਯੁਕਤ ਕਿਸਾਨ ਮੋਰਚੇ ਜਿਹੜੇ ਕਿਸਾਨ ਸ਼ਹੀਦ ਹੋਏ ਆ ਜੀ? ਐਸਕੇਐਮ ਦੀ ਮੀਟਿੰਗ ਤੋਂ ਬਾਅਦ ਉਹ ਕਲੈਰੀਫਿਕੇਸ਼ਨ ਦਿੱਤੀ ਜਾਊਗੀ। ਐਸਕੇਐਮ ਦੀ ਮੀਟਿੰਗ ਮਹੱਤਵਪੂਰਨ ਹੈ, ਸਾਰੀ ਸਟੇਟ ਨੂੰ ਬਿਹਤਰ ਕਰਦੀ ਹੈ। ਜਿਹੜੇ ਪੰਜਾਬ ਦੇ ਸ਼ਹੀਦ ਹੋਇਆ ਉਹ 665 ਹੈ, ਸਭ ਤੋਂ ਵੱਡੀ ਗਿਣਤੀ ਪੰਜਾਬ ਦੀ ਹੈ। ਉਹਦੇ ਚ ਕਾਫੀ ਵੱਡੀ ਗਿਣਤੀ ਨੂੰ ਜਿਹੜਾ 5-5 ਲੱਖ ਦਾ ਮੁਆਵਜ਼ਾ ਹੈ ਉਹ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਔਰ ਨੌਕਰੀਆਂ ਦੇ ਵੀ ਮਤਲਬ ਉਹਨਾਂ ਨੂੰ ਘਰ ਘਰ ਜਾ ਕੇ ਉਹਨਾਂ ਨੂੰ ਕਹਿ ਦਿੱਤਾ। ਸੰਯੁਕਤ ਕਿਸਾਨ ਮੋਰਚਾ 2-2 ਲੱਖ ਦੇਵੇਗਾ ਆਪਣੇ ਤੌਰ ਤੇ ਜੀ। ਮੋਰਚਾ ਲੰਬਾ ਚੱਲਣ ਕਾਰਨ ਐਡੀ ਕੋਈ ਆਰਥਿਕ ਸਥਿਤੀ ਨਹੀਂ ਹੈ ਮੋਰਚੇ ਦੀ ਵੀ ਉਹ ਇਸ ਚੀਜ਼ ਕਰ ਸਕੇ। ਇਦਾਂ ਸਰਕਾਰਾਂ ਤੋਂ ਦਿਵਾਉਣ ਤੋਂ ਹੀ ਮੁਆਵਜ਼ੇ ਦੀ ਅਸੀਂ ਮੰਗ ਕੀਤੀ ਹੈ। ਸਰਕਾਰ ਸੈਂਟਰਲ ਸਰਕਾਰ ਨੇ ਜਿਹੜਾ ਐਲਾਨ ਕੀਤਾ ਉਹਦੇ ਚ ਕਿਵੇਂ ਉਹ ਕਿੰਨਾ ਦਿੰਦੇ ਆ ਤੇ ਕਿੰਨਾ ਦਿੰਦੇ ਆ ਉਹਦੇ ਵਾਸਤੇ ਕਲੀਅਰ ਵਾਸਤੇ ਕੱਲ ਦਾ ਦਿਨ ਸੈਂਟਰ ਸਰਕਾਰ ਨੂੰ ਦਿੱਤਾ ਜਾ ਰਿਹਾ। ਕਮੇਟੀ ਫਾਰਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਕਮੇਟੀ ਦੀ ਰੂਪਰੇਖਾ ਕੀ ਹੋਣੀ ਚਾਹੀਦੀ? ਤੁਹਾਡੇ ਕੋਲ ਕੋਈ ਪ੍ਰਪੋਜ਼ਲ ਤਿਆਰ ਕੀਤਾ ਉਸ ਚੀਜ਼ ਨੂੰ ਲੈ ਕੇ? ਹਾਲੇ ਤੱਕ ਸਰਕਾਰ ਨੇ ਜਿਹੜੀ ਐਲਾਨ ਕੀਤਾ ਸਾਡੇ ਐਸਕੇਐਮ ਤੱਕ ਜਾਂ 32 ਜਥੇਬੰਦੀਆਂ ਤੱਕ ਕੋਈ ਪ੍ਰਪੋਜ਼ਲ ਲੈ ਕੇ ਨਹੀਂ ਆਏ, ਪਰ ਉਹ ਸੁਣਿਆ ਵੀ ਤੁਹਾਡੇ ਜਿਹੜੇ ਕਿਸਾਨਾਂ ਦਾ ਵੀ ਨੁਮਾਇੰਦਗੀ ਰੱਖੀ ਜਾਊਗੀ, ਜਿਹੜੀ ਸਾਡੀ ਪੁਰਾਣੀ ਮੰਗ ਸੀ, ਪਰ ਟਨਿਓਰ ਨਹੀਂ ਦੱਸੀ ਗਈ, ਕਲੈਰਿਟੀ ਵੀ ਕਿੰਨੇ ਦੇਰ 'ਚ ਉਹ ਕਮੇਟੀ ਆਪਣਾ ਕੰਮ ਕਰਕੇ ਰੱਖ ਦੂਗੀ। ਇਹ ਕਲੈਰਿਟੀ ਅਸੀਂ ਅੱਜ ਤੁਹਾਡੇ ਦੌਰਾਨ ਸਰਕਾਰ ਤੋਂ ਹੀ ਮੰਗ ਕਰ ਰਹੇ ਹਾਂ ਵੀ ਉਹ MSP ਦੀ ਕਮੇਟੀ ਆ, ਉਹਦੇ ਮੈਂਬਰਸ਼ਿਪ, ਉਹਦਾ ਟਨਿਓਰ ਕਿੰਨਾ ਹੋਊਗਾ ਤੇ ਕੀ ਉਹ ਕਿੱਦਾਂ ਲੀਗਲ ਬਣਾਉਣ ਦੀ ਜਿਹੜੀ ਪ੍ਰਕਿਰਿਆ ਉਹ ਕਿੰਨੀ ਦੇਰ ਤੱਕ ਕੰਪਲੀਟ ਕੀਤੀ ਜਾਊਗੀ। ਇਹ ਸਾਰੇ ਫੈਸਲੇ ਐਸਕੇਐਮ ਕਮੇਟੀ ਦੇ ਨੇ। ਜੇ BJP ਦਾ ਵਿਰੋਧ ਸੀ ਕਿਉਂਕਿ ਉਹ ਕਾਲੇ ਕਾਨੂੰਨ ਲੈ ਕੇ ਆਏ ਸੀ, ਉਹੀ ਕਾਲੇ ਕਾਨੂੰਨ ਵਾਪਸ ਹੋਏ ਆ। ਜਿੱਦਾਂ ਦੀ ਵੀ ਇਹ ਕਲੈਰਿਟੀ ਹੈ ਐਸਕੇਐਮ ਦੇ ਵਿੱਚ ਦਿੱਤੀ ਜਾਊਗੀ। ਅਸੀਂ ਚਾਹੁੰਦੇ ਹਾਂ, ਸਾਡੇ 32 ਜਥੇਬੰਦੀਆਂ ਵੱਲੋਂ ਚਾਹੁੰਦੇ ਹਾਂ ਹਾਲੇ ਐਸਕੇਐਮ 'ਚ ਲੈ ਕੇ ਆਉਣਾ, ਪਰ ਪ੍ਰਾਈਮ ਮਿਨਿਸਟਰ ਇਸ ਗੱਲ ਤੇ ਪਾਰਲੀਮੈਂਟ ਦੇ ਵਿੱਚ ਬੋਲੇ। ਹਰਮੀਤ ਜੀ ਕੋਈ ਸਿਆਸੀ ਧੜਾ ਵੀ ਬਣ ਸਕਦਾ ਪੰਜਾਬ ਦੇ ਵਿੱਚ? ਕੋਈ ਹਾਲੇ ਅਸੀਂ ਲੜਾਈ ਲੜ ਰਹੇ ਹਾਂ ਤੁਹਾਡੇ ਸਾਹਮਣੇ, ਜਿਵੇਂ ਜਿਵੇਂ ਜਿੱਤਾਂ ਪ੍ਰਾਪਤ ਕਰ ਰਹੇ ਹਾਂ। ਇਹ ਗੈਰ ਸਿਆਸੀ ਰੱਖਿਆ ਗਿਆ। ਤੁਸੀਂ 1 ਸਾਲ ਤੋਂ ਕਵਰ ਕਰ ਰਹੇ ਹੋ ਵੀ ਇੱਕ ਵੀ ਬੰਦਾ ਅਸੀਂ ਸਟੇਜ ਤੇ ਸਿਆਸੀ ਨਹੀਂ ਚੜ੍ਹਨ ਦਿੱਤਾ। ਹਾਲੇ ਇਸ ਵੱਲ ਕੋਈ ਧਿਆਨ ਨਹੀਂ। ਪੰਜਾਬ ਦੀ ਰਾਜਧਾਨੀ ਵਾਲੇ ਹੋਣਗੇ ਕਿ ਤੁਹਾਡੀਆਂ ਮੰਗਾਂ ਕੁਝ ਘਰੇ ਉਧਰ ਵੀ ਪੈਂਡਿੰਗ ਨੇ। ਸਾਡਾ ਇੱਕ ਬਹੁਤ ਮਹੱਤਵਪੂਰਨ ਮੰਗ ਆ ਜਿਹੜੀ ਕਿ ਆ ਸਰਕਾਰ ਪੰਜਾਬ ਸਰਕਾਰ ਲੈ ਕੇ ਆਈ ਸੀ ਕਰਜ਼ੇ ਦੀ, ਜਿਹੜੇ ਉਹਨਾਂ ਨੇ ਸਾਡੇ ਨਾਲ ਮੀਟਿੰਗ ਕਰਕੇ 1 ਹਫ਼ਤੇ ਦਾ ਟਾਈਮ ਲਿੱਤਾ ਸੀ, ਪਰ ਅਸੀਂ ਇੱਧਰ ਉਲਝੇ ਕਾਰਨ ਉਹਨਾਂ ਨੂੰ ਹੁਣ ਦੱਸਣਾ ਚਾਹੁੰਦੇ ਆ ਵੀ ਆਪਣੀ ਤਿਆਰੀ ਰੱਖ ਲਓ। ਆਉਣ ਵਾਲੇ ਸਮੇਂ 'ਚ ਤੁਹਾਡੇ ਕਰਜ਼ੇ ਦੀ ਤੁਸੀਂ ਜਿਹੜੀ ਮੰਗ ਸਾਡੀ ਪੂਰੀ ਨਹੀਂ ਕੀਤੀ, ਜੇ ਨਾ ਕੀਤੀ ਤਾਂ ਵੱਡਾ ਅੰਦੋਲਨ ਲੜਿਆ ਜਾ ਸਕਦਾ ਪੰਜਾਬ ਦੇ ਉਲਟ। 1 ਤਰੀਕ ਨੂੰ ਵਾਪਸ ਲੈ ਕੇ ਜਾ ਸਕਦੇ ਹੋ, ਐਲਾਨ ਕਰ ਸਕਦੇ ਹੋ? ਇਹ ਐਸਕੇਐਮ ਫੈਸਲਾ ਕਰੂਗਾ, ਕੱਲਾ ਪੰਜਾਬ ਜਾਂ 32 ਜਥੇਬੰਦੀਆਂ ਇਹ ਫੈਸਲਾ ਨਹੀਂ ਕਰ ਸਕਦੀਆਂ। ਸਾਰਿਆਂ ਨੂੰ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਤੁਹਾਡੇ ਚਿਹਰੇ ਹੀ ਦੱਸਦੇ ਪਏ ਆ ਵੀ ਤੁਸੀਂ PC ਕਿਵੇਂ ਦੇਖਣਾ ਚਾਹੁੰਦੇ ਹੋ, ਤੇ ਉਹ ਤੁਹਾਡੇ ਚਿਹਰੇ ਦੇਖ ਰਹੇ ਆ। ਤੇ ਜਿਹੜਾ ਇਤਿਹਾਸਿਕ ਦਿਨ ਆਪਾਂ ਨੂੰ ਬੜੇ ਦੇਰ ਤੋਂ ਆਪਾਂ ਨੂੰ ਇਤਿਹਾਸਿਕ ਦਿਨ ਤੌਰ ਤੇ ਇਹ ਮੰਨਿਆ ਜਾ ਸਕਦਾ
ਵੀ 3 ਕਾਨੂੰਨਾਂ ਖਾਤਰ 2 ਕਾਨੂੰਨਾਂ ਦੇ ਵਿੱਚ ਕਿਸਾਨਾਂ ਨੂੰ ਪਰਾਲੀ ਤੇ ਜਿਹੜਾ ਪੋਲਿਊਸ਼ਨ ਦਾ ਐਕਟ ਸੀ ਨਾਲ ਬਿਜਲੀ ਐਕਟ, 5 ਦੇ ਵਿੱਚੋਂ ਆਪਾਂ ਅੰਦੋਲਨ ਪੂਰਨ ਤੌਰ ਤੇ ਇਸ 5 ਕਾਨੂੰਨਾਂ ਤੇ ਆਪਾਂ ਜਿੱਤ ਹਾਸਲ ਕੀਤੀ ਆ। ਤੇ ਇੱਕੋ ਦਿਨ ਇਤਿਹਾਸਕ ਆ ਇਹ ਵੀ ਲੋਕ ਸਭਾ ਦੇ ਵਿੱਚ ਵੀ ਪੇਸ਼ ਹੋਇਆ, ਨਾਲ ਉਹ 'ਚ ਪਾਸ ਹੋਇਆ, ਨਾਲ ਰਿਪੀਲ ਤੌਰ ਤੇ ਰਾਜ ਸਭਾ 'ਚ ਪੇਸ਼ ਹੋਇਆ ਤੇ ਰਾਜ ਸਭਾ 'ਚ ਵੀ ਪਾਸ ਹੋ ਗਿਆ। ਇਹ ਅੱਜ ਤੱਕ ਕਦੀ ਨਹੀਂ ਹੋਇਆ ਤੇ ਐਡੀ ਵੱਡੀ ਕਿਸਾਨ ਅੰਦੋਲਨ ਦੀ ਜਿੱਤ ਇਹ ਨਾ ਅੱਜ ਤੱਕ ਕਦੀ ਹੋਈ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀ ਜਿੱਤਾਂ ਨੂੰ ਯਾਦ ਕੀਤਾ ਜਾਊਗਾ। ਤੇ ਇਸ ਜਿੱਤ ਤੋਂ ਬਾਅਦ ਆਪਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੇ ਅਗਲਾ ਗੱਲ ਪੁਰਜਗਿਲ ਸਿੰਘ ਗੱਲ ਕਰਨਗੇ ਜੀ। ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹੂੰਗਾ ਕਿ ਜਿਹੜਾ ਇਹ ਅੰਦੋਲਨ ਆ ਇਸ ਸਦੀ ਦਾ ਸਭ ਤੋਂ ਵੱਡਾ, ਸਭ ਤੋਂ ਵੱਡੀ ਗੈਦਰਿੰਗ ਵਾਲਾ ਤੇ ਸਭ ਤੋਂ ਪੀਸਫੁਲ ਅੰਦੋਲਨ ਮੰਨਿਆ ਜਾ ਚੁੱਕਿਆ ਹੈ। ਇਤਿਹਾਸ ਦੇ ਵਿੱਚ ਇੱਕ ਨਵੀਂ ਮਹਾਨ ਜਿੱਤ ਅਸੀਂ ਦਰਜ ਕਰਾ ਚੁੱਕਿਆ ਹੈ ਸੰਯੁਕਤ ਕਿਸਾਨ ਮੋਰਚਾ। ਦੂਸਰੀ ਗੱਲ ਜਿਹੜੀ ਹਰਮੀਤ ਸਿੰਘ ਕਾਦੀਆ ਨੇ ਕਹੀ ਹੈ ਕਿ 3 ਕਾਨੂੰਨ ਰੱਦ ਹੋ ਚੁੱਕੇ ਹੈ, ਬੜੀ ਸਾਡੇ ਇਹ ਮਾਣ ਵਾਲੀ ਗੱਲ ਹੈ। ਜਿਹੜੇ ਕਹਿੰਦੇ ਸੀ ਮੋਦੀ ਹੈ ਤਾਂ ਮੁਮਕਿਨ ਹੈ, ਜੋ ਮੋਦੀ ਨੇ ਕਹਿਤਾ ਉਹ ਕਦੇ ਵੀ ਪੁੱਠਾ ਨਹੀਂ ਜਾਂਦਾ ਹੁੰਦਾ, ਵਾਪਸ ਨਹੀਂ ਜਾਂਦਾ ਹੁੰਦਾ। ਉਹ ਅਸੀਂ ਸਿੱਧ ਕਰ ਦਿਖਾਇਆ ਕਿ ਲੋਕ ਵੱਡੇ ਹੁੰਦੇ ਆ, ਹਕੂਮਤਾਂ ਨਹੀਂ ਵੱਡੀਆਂ ਹੁੰਦੀਆਂ। ਅੱਜ ਲੋਕਾਂ ਦੀ ਕਚਹਿਰੀ ਨੇ ਜੋ ਫੈਸਲਾ ਕੀਤਾ ਸੀ ਕਿ 3 ਕਾਨੂੰਨ ਰੱਦ ਕਰੋ, ਉਹ ਰੱਦ ਹੋ ਚੁੱਕਿਆ। ਲੋਕਾਂ ਦੀ ਕਚਹਿਰੀ ਦੀ ਜਿੱਤ ਹੋਈ ਹੈ। ਦੂਸਰੀ ਗੱਲ, ਜਿਹੜਾ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀ ਕਿ ਅਸੀਂ ਕਮੇਟੀ ਬਣਾਵਾਂਗੇ MSP ਤੇ, ਉਹ ਅਜੇ ਬਾਕੀ ਰਹਿੰਦਾ ਹੈ। ਉਹਨਾਂ ਨੇ ਐਲਾਨ ਅਜੇ ਨਹੀਂ ਕੀਤਾ ਅੱਜ ਦੇ ਸੈਸ਼ਨ ਦੇ ਵਿੱਚ। ਇੱਕ ਜਿਹੜਾ ਬਿੱਲ ਆ 2020 ਬਿਜਲੀ ਸੋਧ ਐਕਟ, ਉਹ ਵੀ ਅਜੇ ਰਹਿੰਦਾ। ਜਿਹੜੇ ਕੇਸ ਹੈ ਬੇਸ਼ੱਕ ਉਹਨਾਂ ਦਾ ਇੱਕ ਵਾਰ ਐਲਾਨ ਉਹਨਾਂ ਨੇ ਕਰਤਾ, ਪਰ ਉਹਦੇ ਤੇ ਤਸੱਲੀ ਨਹੀਂ ਵੱਜਦੀ। ਉਹ ਗ੍ਰਹਿ ਵਿਭਾਗ ਐਲਾਨ ਕਰੇ ਕਿ ਦੂਸਰੀਆਂ ਸਟੇਟਾਂ ਨੂੰ ਕਹਿ ਕੇ ਅਸੀਂ ਇਹ ਜਿਹੜੇ ਕੇਸ ਆ ਇਹ ਖਾਰਜ ਕਰਾਵਾਂਗੇ। ਇਵੇਂ ਜਿਵੇਂ ਕੰਪਨਸੇਸ਼ਨ ਵਾਲੀ ਵੀ ਕਹਿਣ ਵੀ ਉਹਨੂੰ ਲਾਗੂ ਕਰੋ। ਇਹ ਜਿਹੜੀਆਂ ਮੰਗਾਂ ਹੈ ਉਹ ਕੱਲ੍ਹ ਦੇ ਸੈਸ਼ਨ ਦੇ ਵਿੱਚ ਅਸੀਂ ਮੰਗ ਕਰਾਂਗੇ ਕਿ ਕੱਲ੍ਹ ਦੇ ਸੈਸ਼ਨ ਦੇ ਵਿੱਚ ਬਾਕੀ ਰਹਿੰਦੀਆਂ ਜਿਹੜੀਆਂ ਮੰਗਾਂ ਹੈ, ਜੋ ਅਸੀਂ PM ਨੂੰ ਖੁੱਲ੍ਹਾ ਖੱਤ ਲਿਖਿਆ ਸੀ ਉਹਦੇ ਵਿੱਚ ਉਹ ਦਰਜ ਹੈ, ਉਹਨਾਂ ਦਾ ਐਲਾਨ ਕਰ ਦੇਣ ਤਾਂ ਅਸੀਂ ਪਰਸੋਂ SKM ਦੀ ਮੀਟਿੰਗ ਬੁਲਾਈ ਹੈ। ਉਹ ਮੀਟਿੰਗ ਦੇ ਵਿੱਚ ਅਗਲਾ ਅਸੀਂ ਫੈਸਲਾ ਲੈ ਲਵਾਂਗੇ। 1 ਤਰੀਕ ਨੂੰ SKM ਦੀ ਮੀਟਿੰਗ ਹੋਊਗੀ। ਜਿਹੜਾ ਅਗਲੇ ਫੈਸਲਾ ਅੰਦੋਲਨ ਦੀ ਜਿਹੜੀ ਜਿੱਤ ਆ ਅੱਜ ਹੋ ਚੁੱਕੀ ਆ, ਅਗਲੇ ਜਿਵੇਂ ਵੀ ਅਗਲਾ ਕਾਰਵਾਈ ਹੋਣੀ ਆ ਤੇ MSP ਦੀ ਕਮੇਟੀ ਤੋਂ ਬਗੈਰ ਜਿਵੇਂ ਵੀ ਫੈਸਲਾ ਇੱਕ ਦਿਨ ਦਾ ਸਮਾਂ ਦਿੰਦੇ ਆ ਸਰਕਾਰ ਨੂੰ, ਤੇ ਉਹ 1 ਤਰੀਕ ਦੀ ਮੀਟਿੰਗ 'ਚ ਅਗਲੇ ਫੈਸਲੇ ਸਾਰੇ ਸੰਯੁਕਤ ਤੌਰ ਤੇ ਸਾਰੀਆਂ ਸਟੇਟ ਵਿੱਚ ਬੈਠ ਕੇ SKM ਵੱਲੋਂ ਲਿੱਤੀ ਜਾਊਗੀ। ਇਹ ਸਪੈਸ਼ਲ ਕੰਡੀਸ਼ਨਸ ਕ੍ਰੀਏਟ ਹੋਈਆਂ। ਜਿਹੜਾ ਆਪਾਂ ਭਰੋਸਾ ਸੀ ਵੀ ਰਾਜ ਸਭਾ 'ਚ ਆਪਾਂ ਬਿੱਲ ਪਾਸ ਕਰਾਉਣਾ, ਆਪਾਂ ਲੋਕ ਸਭਾ 'ਚ ਬਿੱਲ ਪਾਸ ਕਰਾਉਣਾ, ਹੋ ਗਿਆ। ਇਸ ਕਰਕੇ ਐਮਰਜੈਂਸੀ ਮੀਟਿੰਗ 1 ਤਰੀਕ ਦੀ ਬੁਲਾਈ ਗਈ ਆ ਤਾਂ 1 ਦਿਨ ਸਰਕਾਰ ਨੂੰ ਦਿੱਤਾ ਗਿਆ ਵੀ ਜਿਹੜੀਆਂ ਖੁੱਲੀ ਚਿੱਠੀ ਵਿੱਚ ਮੰਗਾਂ ਨੇ ਸਾਡੀਆਂ ਉਹ ਵੀ ਪੂਰੀਆਂ ਕੀਤੀਆਂ ਜਾਣ। ਜਿਹੜੀ 4 ਦਸੰਬਰ ਦੀ ਮੀਟਿੰਗ ਸੀਗੀ ਉਹ ਹਾਲੇ ਕੰਟੀਨਿਊ ਜਾਂ ਉਹੀ ਸ਼ਿਫਟ ਕਰਕੇ 1 ਨੂੰ ਆ ਗਈ ਹੈ? ਹੁਣ ਉਹ 1 ਨੂੰ ਆ ਗਈ ਆ, ਉਹ ਸ਼ਿਫਟ ਕਰਕੇ 1 ਨੂੰ ਕੀਤੀ ਜਾਊਗੀ। 4 ਦਸੰਬਰ ਦੀ ਜਿਹੜੀ ਮੀਟਿੰਗ ਆ ਉਹ ਜਿਉਂ ਦੇ ਤੋਂ ਆ, ਕਿਉਂਕਿ ਐਮਰਜੈਂਸੀ ਕੰਡੀਸ਼ਨ ਦੇ ਵਿੱਚ ਜਿਹੜੇ 42 ਆਪਣੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਜਾਂਦੇ ਹੁੰਦੇ ਸੀ, ਜਿਹੜੇ ਆਪਾਂ 11 ਦੇ ਦੌਰ ਦੀ ਮੀਟਿੰਗ 'ਚ ਰਹੇ ਆ, ਉਹ ਆ ਕੇ ਮੀਟਿੰਗ 1 ਤਰੀਕ ਨੂੰ ਸਪੈਸ਼ਲ ਕਰਨਗੇ। ਕਿੰਨੇ ਵਜੇ ਦਾ ਸਮਾਂ ਰੱਖਿਆ ਗਿਆ ਜੀ? 11 ਵਜੇ ਦਾ ਸਮਾਂ 1 ਤਰੀਕ ਨੂੰ। सर, मनजीत राय जी ने आपके नेता ने ये बात बोली थी कि जो ये पूरा आंदोलन इसको वापस लेना चाहिए क्योंकि सरकार ने मांगे माल नहीं है, और बाकायदा फेसबुक पे उन्होंने ये बात कही थी, और छोटे छोटे आंदोलन राज्यों में होते रहे, बाकी MSP को लंबा टाइम लगेगा, ये बात उन्होंने कही थी। इसको लेकर आप लोगों की 32 जत्थेबंदी को क्या राय है? हमारी जो भी राय आती है हम एक बार बनाते हैं, उसके बाद वो राय SKM में रखते हैं, उसमें से पास होती है। इसीलिए वो राय बना ली है और 1 तरीक में SKM में रखेंगे, उसके बाद वो पास की जाएगी। क्या राय बनाई गई है? क्या राय बनाई गई? ये SKM की मीटिंग में बताएंगे। चार्जशीट पेश हो चुकी है ਹਰਮੀਤ ਜੀ, ਚਾਰਜਸ਼ੀਟ ਪੇਸ਼ ਹੋ ਚੁੱਕੀ ਹੈ ਸੁਪਰੀਮ ਕੋਰਟ ਦੇ ਵਿੱਚ। ਫਿਰ ਕੇਸ ਨਾ ਤਾਂ ਸਰਕਾਰ ਦੇ ਹੱਥ ਵਾਸਾ, ਨਾ ਹੋਮ ਮਿਨਿਸਟਰੀ ਦੇ, ਨਾ ਸਟੇਟ ਦੇ ਹੱਥ ਵਾਸਾ ਜੀ। ਫਿਰ ਉਸ ਪ੍ਰਕਿਰਿਆ ਨੂੰ ਜਿਹੜੀ ਹੈਗੀ ਲੀਗਲ ਪ੍ਰਕਿਰਿਆ, ਉਹਨੂੰ ਕਿਵੇਂ ਵੇਖਦੇ? ਇਹੀ ਅਸੀਂ ਸਮਝਣਾ ਚਾਹੁੰਦੇ ਆ ਵੀ ਜਿਹੜੀ ਪ੍ਰਕਿਰਿਆ ਬੁਰਜਗਿਲ ਜੀ ਨੇ ਕਿਹਾ ਵੀ ਉਹ ਕੇਸ ਵਾਪਸ ਕਰਨ ਦੀ ਇੱਕ HM ਵੱਲੋਂ ਲੈਟਰ ਜਾਣੀ ਚਾਹੀਦੀਆਂ ਸਾਰੇ ਮਿਨਿਸਟਰਸ ਨੂੰ,
ਹੋਮ ਮਿਨਿਸਟਰ ਨੂੰ, ਸਟੇਟਸ ਨੂੰ ਵੀ ਆਪਣੇ ਕੇਸ ਵਾਪਸ ਲਿੱਤੇ ਜਾਣ। ਉਹ ਪ੍ਰਕਿਰਿਆ ਨੂੰ ਹੀ ਸਮਝਣ ਵਾਸਤੇ ਇੱਕ ਦਿਨ ਦਾ ਟਾਈਮ ਦਿੱਤਾ ਗਿਆ। ਸੰਗੂ ਸਾਹਿਬ ਪਹਿਲਾਂ ਤਾਂ ਸਾਫ਼ ਕਰ ਦਈਏ ਵੀ ਚਾਰ ਸ਼ੀਟ ਸੁਪਰੀਮ ਕੋਰਟ 'ਚ ਪੇਸ਼ ਨਹੀਂ ਹੁੰਦੀ। ਨਹੀਂ ਮੈਂ ਇੱਥੇ ਹੀ ਹਾਂ। ਮੈਂ ਸਿਰਫ ਬੇਨਤੀ ਇਹ ਕਰਦਾ, ਪਹਿਲਾਂ ਜਿਹੜੀ ਚਾਰ ਸ਼ੀਟ ਹੈ ਨਾ ਉਹ ਸੁਪਰੀਮ ਕੋਰਟ 'ਚ ਨਹੀਂ ਪੇਸ਼ ਹੋਇਆ ਕਰਦੀ। ਇਹ ਟ੍ਰਾਇਲ ਕੋਰਟ ਦਾ ਮਾਮਲਾ ਹੈ। ਕੇਸ ਜਿਹੜੇ ਦਰਜ ਹੋਏ ਨੇ, ਜਿਸ ਪੁਲਿਸ ਸਟੇਸ਼ਨ ਦੀ ਜੁਰਿਡਿਕਸ਼ਨ ਹੁੰਦੀ ਹੈ ਉਸ ਕੋਰਟ 'ਚ ਚਾਰ ਸ਼ੀਟ ਪੇਸ਼ ਹੁੰਦੀ ਹੈ। ਸਿਰਫ ਦਿੱਲੀ ਦੇ ਵਿੱਚ ਲਾਲ ਕਿਲੇ ਜਿਹੜੀ FIR ਹੈ ਇੱਕੋ ਹੀ ਚਾਰ ਸ਼ੀਟ ਪੇਸ਼ ਹੋਈ ਹੈ, ਬਾਕੀ ਕਿਸੇ ਕੇਸ 'ਚ ਪੇਸ਼ ਹੋਈ ਨਹੀਂ। ਨਾ ਕਿਸੇ ਸਟੇਟ 'ਚ ਪੇਸ਼ ਹੋਈ ਹੈ, ਨਾ ਕਿਤੇ ਹਰਿਆਣੇ 'ਚ ਹੋਈ ਹੈ। ਇਸ ਲਈ ਮੇਅਰ FIR ਨੇ, ਜਿਹੜੀ ਮੇਅਰ FIR ਹੈ ਨੂੰ ਹੋਮ ਮਿਨਿਸਟਰੀ ਆਰਡਰ ਕਰੇ ਤਾਂ ਉਹ ਇੱਕਦਮ ਕੈਂਸਲ ਹੋ ਜਾਂਦੀ ਹੈ। ਜੇ ਚਾਰ ਸ਼ੀਟ ਪੇਸ਼ ਹੁੰਦੀ ਹੈ ਤਾਂ 301 CRPC ਦੇ ਵਿੱਚ ਵਿਡਰਾਲ ਫਰੋਮ ਪ੍ਰੋਸੀਕਿਊਸ਼ਨ ਇੱਕ ਐਪਲੀਕੇਸ਼ਨ ਦੇਣੀ ਪੈਂਦੀ, ਉਹ ਵਿਡਰਾ ਹੋ ਜਾਂਦੇ ਨੇ। ਸੋ ਇਹ ਹੋ ਰਿਹਾ ਜਿਵੇਂ ਕਾਦੀਆਂ ਸਾਹਿਬ ਨੇ ਦੱਸਿਆ, ਦੈਟ ਇਜ਼ ਇਨ ਦਾ ਪ੍ਰੋਸੈਸ, ਦੈਟ ਵਿਲ ਬੀ ਡਨ। ਜਿਹੜੇ ਮਸਲਿਆਂ ਦੀ NIA ਜਾਂਚ ਕਰ ਰਿਹਾ, ਉਹ NIA ਜਾਂਚ ਕਰ ਰਿਹਾ, ਜਿਹੜੇ ਮਸਲਿਆਂ ਦੀ NIA ਜਾਂਚ ਕਰ ਰਿਹਾ, ਜਿਹੜੇ ਮਸਲਿਆਂ ਦੀ ਇਨਵੈਸਟੀਗੇਸ਼ਨ ਕੀਤਾ ਜਾ ਰਿਹਾ, ਉਹ ਤਾਂ ਆਲਰੇਡੀ ਕੈਂਸਲ ਹੋ ਗਈ ਸੀ। ਉਹਨਾਂ ਕੋਈ ਨੇ ਇਸ ਦਾ ਪੇਸ਼ ਹੀ ਨਹੀਂ ਹੋਇਆ। ਅਸੀਂ ਪਹਿਲਾਂ ਨੂੰ ਰਿਜੈਕਟ ਕਰਤਾ ਸੀ। ਜੇਕਰ NIA ਦਾ ਨੋਟਿਸ ਕਿਸੇ ਨੂੰ ਹੈ, ਅੰਦੋਲਨ 1 ਤਰੀਕ ਤੱਕ, ਅਗਲੇ ਮੀਟਿੰਗ ਦਾ ਜੋ ਅੰਦੋਲਨ ਜਾਰੀ ਰਹੇਗਾ 1 ਤਰੀਕ ਤੱਕ ਚਲੇਗਾ। ਹਰਮੀਤ ਜੀ, ਜਿਹੜਾ ਕੰਪਨਸੇਸ਼ਨ ਦੇਣਾ ਸੀ ਕਿਸਾਨ ਆਗੂਆਂ ਨੇ 32 ਜਥੇਬੰਦੀਆਂ ਸੰਯੁਕਤ ਕਿਸਾਨ ਨੂੰ 2-2 ਲੱਖ ਰੁਪਇਆ ਸ਼ਹੀਦ ਕਿਸਾਨਾਂ ਨੂੰ, ਉਹ ਕਦੋਂ ਤੱਕ ਦਿੱਤਾ, ਕਿੰਨੇ ਕੁ ਨੂੰ ਦੇਤਾ ਜੀ ਸੰਯੁਕਤ ਕਿਸਾਨ ਮੋਰਚੇ ਜਿਹੜੇ ਕਿਸਾਨ ਸ਼ਹੀਦ ਹੋਏ ਆ ਜੀ? SKM ਦੀ ਮੀਟਿੰਗ ਤੋਂ ਬਾਅਦ ਉਹ ਕਲੈਰੀਫਿਕੇਸ਼ਨ ਦਿੱਤੀ ਜਾਊਗੀ। SKM ਦੀ ਮੀਟਿੰਗ ਮਹੱਤਵਪੂਰਨ ਹੈ, ਸਾਰੀ ਸਟੇਟ ਨੂੰ ਬਿਹਤਰ ਕਰਦੀ ਹੈ। ਜਿਹੜੇ ਪੰਜਾਬ ਦੇ ਸ਼ਹੀਦ ਹੋਇਆ ਉਹ 665 ਹੈ, ਸਭ ਤੋਂ ਵੱਡੀ ਗਿਣਤੀ ਪੰਜਾਬ ਦੀ ਹੈ। ਉਹਦੇ ਚ ਕਾਫੀ ਵੱਡੀ ਗਿਣਤੀ ਨੂੰ ਜਿਹੜਾ 5-5 ਲੱਖ ਦਾ ਮੁਆਵਜ਼ਾ ਹੈ ਉਹ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ, ਔਰ ਨੌਕਰੀਆਂ ਦੇ ਵੀ ਮਤਲਬ ਉਹਨਾਂ ਨੂੰ ਘਰ ਘਰ ਜਾ ਕੇ ਉਹਨਾਂ ਨੂੰ ਕਹਿ ਦਿੱਤਾ। ਸੰਯੁਕਤ ਕਿਸਾਨ ਮੋਰਚਾ 2-2 ਲੱਖ ਦੇਵੇਗਾ ਆਪਣੇ ਤੌਰ ਤੇ ਜੀ। ਮੋਰਚਾ ਲੰਬਾ ਚੱਲਣ ਕਾਰਨ ਐਡੀ ਕੋਈ ਆਰਥਿਕ ਸਥਿਤੀ ਨਹੀਂ ਹੈ ਮੋਰਚੇ ਦੀ ਵੀ ਉਹ ਇਸ ਚੀਜ਼ ਕਰ ਸਕੇ। ਇਦਾਂ ਸਰਕਾਰਾਂ ਤੋਂ ਦਿਵਾਉਣ ਤੋਂ ਤਾਂ ਹੀ ਮੁਆਵਜ਼ੇ ਦੀ ਅਸੀਂ ਮੰਗ ਕੀਤੀ ਹੈ। ਸਰਕਾਰ, ਸੈਂਟਰਲ ਸਰਕਾਰ ਨੇ ਜਿਹੜਾ ਐਲਾਨ ਕੀਤਾ ਉਹਦੇ 'ਚ ਹੁਣ ਕਿਵੇਂ ਉਹ ਕਿੰਨਾ ਦਿੰਦੇ ਆ ਤੇ ਕਿੰਨਾ ਦਿੰਦੇ ਆ, ਉਹਦੇ ਵਾਸਤੇ ਕਲੀਅਰ ਵਾਸਤੇ ਕੱਲ ਦਾ ਦਿਨ ਸੈਂਟਰ ਸਰਕਾਰ ਨੂੰ ਦਿੱਤਾ ਜਾ ਰਿਹਾ। ਕਮੇਟੀ ਫਾਰਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਕਮੇਟੀ ਦੀ ਰੂਪਰੇਖਾ ਕੀ ਹੋਣੀ ਚਾਹੀਦੀ ਹੈ? ਤੁਹਾਡੇ ਕੋਲ ਕੀ ਪ੍ਰਪੋਜ਼ਲ ਤਿਆਰ ਕੀਤਾ ਉਸ ਚੀਜ਼ ਨੂੰ ਲੈ ਕੇ? ਹਾਲੇ ਤੱਕ ਸਰਕਾਰ ਨੇ ਜਿਹੜੀ ਐਲਾਨ ਕੀਤਾ ਸਾਡੇ SKM ਤੱਕ ਜਾਂ 32 ਜਥੇਬੰਦੀਆਂ ਤੱਕ ਕੋਈ ਪ੍ਰਪੋਜ਼ਲ ਲੈ ਕੇ ਨਹੀਂ ਆਏ, ਪਰ ਉਹ ਸੁਣਿਆ ਵੀ ਤੁਹਾਡੇ ਜਿਹੜੇ ਕਿਸਾਨਾਂ ਦਾ ਵੀ ਨੁਮਾਇੰਦਗੀ ਰੱਖੀ ਜਾਊਗੀ, ਜਿਹੜੀ ਸਾਡੀ ਪੁਰਾਣੀ ਮੰਗ ਸੀ, ਪਰ ਟੈਨਿਓਰ ਨਹੀਂ ਦੱਸੀ ਗਈ, ਕਲੈਰਿਟੀ ਵੀ ਕਿੰਨੇ ਦੇਰ 'ਚ ਉਹ ਕਮੇਟੀ ਆਪਣਾ ਕੰਮ ਕਰਕੇ ਰੱਖ ਦੂਗੀ। ਇਹ ਕਲੈਰਿਟੀ ਅਸੀਂ ਅੱਜ ਤੁਹਾਡੇ ਦੌਰਾਨ ਸਰਕਾਰ ਤੋਂ ਹੀ ਮੰਗ ਕਰ ਰਹੇ ਹਾਂ ਵੀ ਉਹ MSP ਦੀ ਕਮੇਟੀ ਆ, ਉਹਦੇ ਮੈਂਬਰਸ਼ਿਪ, ਉਹਦਾ ਟੈਨਿਓਰ ਕਿੰਨਾ ਹੋਊਗਾ ਤੇ ਕੀ ਉਹ ਕਿੱਦਾਂ ਲੀਗਲ ਬਣਾਉਣ ਦੀ ਜਿਹੜੀ ਪ੍ਰਕਿਰਿਆ ਉਹ ਕਿੰਨੀ ਦੇਰ ਤੱਕ ਕੰਪਲੀਟ ਕੀਤੀ ਜਾਊਗੀ। ਇਹ ਸਾਰੇ ਫੈਸਲੇ SKM ਕਮੇਟੀ ਦੇ ਨੇ। ਜੇ BJP ਦਾ ਵਿਰੋਧ ਸੀ ਕਿਉਂਕਿ ਉਹ ਕਾਲੇ ਕਾਨੂੰਨ ਲੈ ਕੇ ਆਏ ਸੀ, ਉਹੀ ਕਾਲੇ ਕਾਨੂੰਨ ਵਾਪਸ ਹੋਏ ਆ। ਜਿੱਦਾਂ ਦੀ ਵੀ ਇਹ ਕਲੈਰਿਟੀ ਹੈ SKM ਦੇ ਵਿੱਚ ਦਿੱਤੀ ਜਾਊਗੀ। ਅਸੀਂ ਚਾਹੁੰਦੇ ਹਾਂ, ਸਾਡੇ 32 ਜਥੇਬੰਦੀਆਂ ਵੱਲੋਂ ਚਾਹੁੰਦੇ ਹਾਂ ਹਾਲੇ SKM 'ਚ ਲੈ ਕੇ ਆਉਣਾ, ਪਰ ਪ੍ਰਾਈਮ ਮਿਨਿਸਟਰ ਇਸ ਗੱਲ ਤੇ ਪਾਰਲੀਮੈਂਟ ਦੇ ਵਿੱਚ ਬੋਲੇ। ਹਰਮੀਤ ਜੀ, ਕੋਈ ਸਿਆਸੀ ਧੜਾ ਵੀ ਬਣ ਸਕਦਾ ਪੰਜਾਬ ਦੇ ਵਿੱਚ? ਕੋਈ ਹਾਲੇ ਅਸੀਂ ਲੜਾਈ ਲੜ ਰਹੇ ਹਾਂ ਤੁਹਾਡੇ ਸਾਹਮਣੇ, ਜਿਵੇਂ ਜਿਵੇਂ ਜਿੱਤਾ ਪ੍ਰਾਪਤ ਕਰ ਰਹੇ ਹਾਂ। ਇਹ ਗੈਰ ਸਿਆਸੀ ਰੱਖਿਆ ਗਿਆ। ਤੁਸੀਂ 1 ਸਾਲ ਤੋਂ ਕਵਰ ਕਰ ਰਹੇ ਹੋ ਵੀ ਇੱਕ ਵੀ ਬੰਦਾ ਅਸੀਂ ਸਟੇਜ ਤੇ ਸਿਆਸੀ ਨਹੀਂ ਚੜ੍ਹਨ ਦਿੱਤਾ। ਹਾਲੇ ਇਸ ਵੱਲ ਕੋਈ ਧਿਆਨ ਨਹੀਂ। ਪੰਜਾਬ ਦੀ ਰਾਜਧਾਨੀ ਵਾਲੇ ਹੋਣਗੇ ਕਿ ਤੁਹਾਡੀਆਂ ਮੰਗਾਂ ਕੁਝ ਘਰੇ ਉਧਰ ਵੀ ਪੈਂਡਿੰਗ ਨੇ? ਸਾਡਾ ਇੱਕ ਬਹੁਤ ਮਹੱਤਵਪੂਰਨ ਮੰਗ ਆ ਜਿਹੜੀ ਕਿ ਆ ਸਰਕਾਰ, ਪੰਜਾਬ ਸਰਕਾਰ ਲੈ ਕੇ ਆਈ ਸੀ ਕਰਜ਼ੇ ਦੀ, ਜਿਹੜੇ ਉਹਨਾਂ ਨੇ ਸਾਡੇ ਨਾਲ ਮੀਟਿੰਗ ਕਰਕੇ 1 ਹਫ਼ਤੇ ਦਾ ਟਾਈਮ ਲਿੱਤਾ ਸੀ, ਪਰ ਅਸੀਂ ਇੱਧਰ ਉਲਝੇ ਕਾਰਨ ਉਹਨਾਂ ਨੂੰ ਹੁਣ ਦੱਸਣਾ ਚਾਹੁੰਦੇ ਆ ਵੀ ਆਪਣੀ ਤਿਆਰੀ ਰੱਖ ਲਓ। ਆਉਣ ਵਾਲੇ ਸਮੇਂ 'ਚ ਤੁਹਾਡੇ ਕਰਜ਼ੇ ਦੀ ਤੁਸੀਂ ਜਿਹੜੀ ਮੰਗ ਸਾਡੀ ਪੂਰੀ ਨਹੀਂ ਕੀਤੀ, ਜੇ ਨਾ ਕੀਤੀ ਤਾਂ ਵੱਡਾ ਅੰਦੋਲਨ ਲੜਿਆ ਜਾ ਸਕਦਾ ਪੰਜਾਬ ਦੇ ਉਲਟ। 1 ਤਰੀਕ ਨੂੰ ਵਾਪਸ ਲੈ ਕੇ ਜਾ ਸਕਦੇ ਹੋ, ਐਲਾਨ ਕਰ ਸਕਦੇ ਹੋ? ਇਹ SKM ਫੈਸਲਾ ਕਰੂਗਾ, ਕੱਲਾ ਪੰਜਾਬ ਜਾਂ 32 ਜਥੇਬੰਦੀਆਂ ਇਹ ਫੈਸਲਾ ਨਹੀਂ ਕਰ ਸਕਦੀਆਂ। ਸਾਰਿਆਂ ਨੂੰ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਤੁਹਾਡੇ ਚਿਹਰੇ ਦੱਸਦੇ ਪਏ ਆ ਵੀ ਤੁਸੀਂ PC ਕਿਵੇਂ ਦੇਖਣਾ ਚਾਹੁੰਦੇ ਹੋ, ਤੇ ਉਹ ਤੁਹਾਡੇ ਚਿਹਰੇ ਦੇਖ ਰਹੇ ਆ। ਤੇ ਜਿਹੜਾ ਇਤਿਹਾਸਿਕ ਦਿਨ ਆਪਾਂ ਨੂੰ ਬੜੇ ਦੇਰ ਤੋਂ ਉਡੀਕ ਸੀਗੀ, ਤੇ ਜਿਹਦੇ ਵਿੱਚ ਹਰ ਵਰਗ ਨੇ ਵੱਡਾ ਤੁਹਾਡਾ ਅੰਦੋਲਨ ਸਾਥ ਰਿਹਾ, ਮੀਡੀਆ ਵਾਲਿਆਂ ਦਾ, ਤੁਸੀਂ ਸਾਨੂੰ ਵਰਲਡ ਤੱਕ ਪਹੁੰਚਾਇਆ, ਇਸ ਅੰਦੋਲਨ ਨੂੰ ਵਰਲਡ ਤੱਕ ਪਹੁੰਚਾਇਆ, ਤੇ ਤੁਹਾਡਾ ਸਾਰੇ ਮੀਡੀਆ ਦਾ ਪਹਿਲਾਂ ਬਹੁਤ ਬਹੁਤ ਧੰਨਵਾਦ। ਤੇ ਨਾਲੇ ਜਿਨ੍ਹਾਂ ਵੀਰਾਂ ਨੇ ਇੱਥੇ ਲੰਗਰ ਲਾਏ, ਜਿਹੜੇ ਸੰਸਥਾ ਨੇ ਲੰਗਰ ਲਾਏ, ਜਿਹੜੇ ਵਰਗ ਨੇ ਇੱਥੇ ਆ ਕੇ ਹਰ ਤਰੀਕੇ ਨਾਲ ਤਨ ਮਨ ਧਨ ਨਾਲ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ, ਉਹਨਾਂ ਦਾ ਵੀ ਸਾਰਾ ਧੰਨਵਾਦ। ਤੇ ਅੱਜ ਜਿਹੜਾ ਆਪਾਂ ਨੂੰ ਇਤਿਹਾਸਿਕ ਦਿਨ ਤੌਰ ਤੇ ਇਹ ਮੰਨਿਆ ਜਾ ਸਕਦਾ ਵੀ 3 ਕਾਨੂੰਨਾਂ ਖਾਤਰ 2 ਕਾਨੂੰਨਾਂ ਦੇ ਵਿੱਚ
ਕਿਸਾਨਾਂ ਨੂੰ ਪਰਾਲੀ ਦੇ ਜਿਹੜਾ ਪੋਲਿਊਸ਼ਨ ਦਾ ਐਕਟ ਸੀ, ਨਾਲ ਬਿਜਲੀ ਐਕਟ, ਪੰਜਾਂ ਦੇ ਵਿੱਚੋਂ ਆਪਾਂ ਅੰਦੋਲਨ ਪੂਰਨ ਤੌਰ ਤੇ ਇਸ 5 ਕਾਨੂੰਨਾਂ ਤੇ ਆਪਾਂ ਜਿੱਤ ਹਾਸਲ ਕੀਤੀ ਆ। ਤੇ ਇੱਕੋ ਦਿਨ ਇਤਿਹਾਸਕ ਆ ਇਹ ਵੀ ਲੋਕ ਸਭਾ ਦੇ ਵਿੱਚ ਵੀ ਪੇਸ਼ ਹੋਇਆ, ਨਾਲ ਉਹ 'ਚ ਪਾਸ ਹੋਇਆ, ਨਾਲ ਰਿਪੀਲ ਤੌਰ ਤੇ ਰਾਜ ਸਭਾ 'ਚ ਪੇਸ਼ ਹੋਇਆ ਤੇ ਰਾਜ ਸਭਾ 'ਚ ਵੀ ਪਾਸ ਹੋ ਗਿਆ। ਇਹ ਅੱਜ ਤੱਕ ਕਦੀ ਨਹੀਂ ਹੋਇਆ ਤੇ ਐਡੀ ਵੱਡੀ ਕਿਸਾਨ ਅੰਦੋਲਨ ਦੀ ਜਿੱਤ ਇਹ ਨਾ ਅੱਜ ਤੱਕ ਕਦੀ ਹੋਈ ਸੀ। ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀ ਜਿੱਤਾਂ ਨੂੰ ਯਾਦ ਕੀਤਾ ਜਾਊਗਾ। ਤੇ ਇਸ ਜਿੱਤ ਤੋਂ ਬਾਅਦ ਆਪਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਤੇ ਅਗਲਾ ਗੱਲ ਪੁਰਜਗਿਲ ਸਿੰਘ ਗੱਲ ਕਰਨਗੇ ਜੀ। ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹੂੰਗਾ ਕਿ ਜਿਹੜਾ ਇਹ ਅੰਦੋਲਨ ਆ ਇਸ ਸਦੀ ਦਾ ਸਭ ਤੋਂ ਵੱਡਾ, ਸਭ ਤੋਂ ਵੱਡੀ ਗੈਦਰਿੰਗ ਵਾਲਾ ਤੇ ਸਭ ਤੋਂ ਪੀਸਫੁਲ ਅੰਦੋਲਨ ਮੰਨਿਆ ਜਾ ਚੁੱਕਿਆ ਹੈ। ਇਤਿਹਾਸ ਦੇ ਵਿੱਚ ਇੱਕ ਨਵੀਂ ਮਹਾਨ ਜਿੱਤ ਅਸੀਂ ਦਰਜ ਕਰਾ ਚੁੱਕਿਆ ਹੈ ਸੰਯੁਕਤ ਕਿਸਾਨ ਮੋਰਚਾ। ਦੂਸਰੀ ਗੱਲ ਜਿਹੜੀ ਹਰਮੀਤ ਸਿੰਘ ਕਾਦੀਆ ਨੇ ਕਹੀ ਹੈ ਕਿ ਤਿੰਨੇ ਕਾਨੂੰਨ ਰੱਦ ਹੋ ਚੁੱਕੇ ਹੈ, ਬੜੀ ਸਾਡੇ ਇਹ ਮਾਣ ਵਾਲੀ ਗੱਲ ਹੈ। ਜਿਹੜੇ ਕਹਿੰਦੇ ਸੀ ਮੋਦੀ ਹੈ ਤਾਂ ਮੁਮਕਿਨ ਹੈ, ਜੋ ਮੋਦੀ ਨੇ ਕਹਿਤਾ ਉਹ ਕਦੇ ਵੀ ਪੁੱਠਾ ਨਹੀਂ ਜਾਂਦਾ ਹੁੰਦਾ, ਵਾਪਸ ਨਹੀਂ ਜਾਂਦਾ ਹੁੰਦਾ। ਉਹ ਅਸੀਂ ਸਿੱਧ ਕਰ ਦਿਖਾਇਆ ਕਿ ਲੋਕ ਵੱਡੇ ਹੁੰਦੇ ਆ, ਹਕੂਮਤਾਂ ਨਹੀਂ ਵੱਡੀਆਂ ਹੁੰਦੀਆਂ। ਅੱਜ ਲੋਕਾਂ ਦੀ ਕਚਹਿਰੀ ਨੇ ਜੋ ਫੈਸਲਾ ਕੀਤਾ ਸੀ ਕਿ ਤਿੰਨੇ ਕਾਨੂੰਨ ਰੱਦ ਕਰੋ, ਉਹ ਰੱਦ ਹੋ ਚੁੱਕਿਆ। ਲੋਕਾਂ ਦੀ ਕਚਹਿਰੀ ਦੀ ਜਿੱਤ ਹੋਈ ਹੈ। ਦੂਸਰੀ ਗੱਲ, ਜਿਹੜਾ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀ ਕਿ ਅਸੀਂ ਕਮੇਟੀ ਬਣਾਵਾਂਗੇ MSP ਤੇ, ਉਹ ਅਜੇ ਬਾਕੀ ਰਹਿੰਦਾ ਹੈ। ਉਹਨਾਂ ਨੇ ਐਲਾਨ ਅਜੇ ਨਹੀਂ ਕੀਤਾ ਅੱਜ ਦੇ ਸੈਸ਼ਨ ਦੇ ਵਿੱਚ। ਇੱਕ ਜਿਹੜਾ ਬਿੱਲ 2020 ਬਿਜਲੀ ਸੋਧ ਐਕਟ, ਉਹ ਵੀ ਅਜੇ ਰਹਿੰਦਾ। ਜਿਹੜੇ ਕੇਸ ਹੈ ਬੇਸ਼ੱਕ ਉਹਨਾਂ ਦਾ ਇੱਕ ਵਾਰ ਐਲਾਨ ਉਹਨਾਂ ਨੇ ਕਰਤਾ, ਪਰ ਉਹਦੇ ਤੇ ਤਸੱਲੀ ਨਹੀਂ ਵੱਜਦੀ। ਉਹ ਗ੍ਰਹਿ ਵਿਭਾਗ ਐਲਾਨ ਕਰੇ ਕਿ ਦੂਸਰੀਆਂ ਸਟੇਟਾਂ ਨੂੰ ਕਹਿ ਕੇ ਅਸੀਂ ਇਹ ਜਿਹੜੇ ਕੇਸ ਆ ਇਹ ਖਾਰਜ ਕਰਾਵਾਂਗੇ। ਇਵੇਂ ਜਿਵੇਂ ਕੰਪਨਸੇਸ਼ਨ ਵਾਲੀ ਵੀ ਕਹਿਣ ਵੀ ਉਹਨੂੰ ਲਾਗੂ ਕਰੋ। ਇਹ ਜਿਹੜੀਆਂ ਮੰਗਾਂ ਹੈ ਉਹ ਕੱਲ੍ਹ ਦੇ ਸੈਸ਼ਨ ਦੇ ਵਿੱਚ ਅਸੀਂ ਮੰਗ ਕਰਾਂਗੇ ਕਿ ਕੱਲ੍ਹ ਦੇ ਸੈਸ਼ਨ ਦੇ ਵਿੱਚ ਬਾਕੀ ਰਹਿੰਦੀਆਂ ਜਿਹੜੀਆਂ ਮੰਗਾਂ ਹੈ, ਜੋ ਅਸੀਂ PM ਨੂੰ ਖੁੱਲ੍ਹਾ ਖੱਤ ਲਿਖਿਆ ਸੀ ਉਹਦੇ ਵਿੱਚ ਉਹ ਦਰਜ ਹੈ, ਉਹਨਾਂ ਦਾ ਐਲਾਨ ਕਰ ਦੇਣ ਤਾਂ ਅਸੀਂ ਪਰਸੋਂ SKM ਦੀ ਮੀਟਿੰਗ ਬੁਲਾਈ ਹੈ। ਉਹ ਮੀਟਿੰਗ ਦੇ ਵਿੱਚ ਅਗਲਾ ਅਸੀਂ ਫੈਸਲਾ ਲੈ ਲਵਾਂਗੇ। 1 ਤਰੀਕ ਨੂੰ SKM ਦੀ ਮੀਟਿੰਗ ਹੋਊਗੀ। ਜਿਹੜਾ ਅਗਲੇ ਫੈਸਲਾ ਅੰਦੋਲਨ ਦੀ ਜਿਹੜੀ ਜਿੱਤ ਆ ਅੱਜ ਹੋ ਚੁੱਕੀ ਆ, ਅਗਲੇ ਜਿਵੇਂ ਵੀ ਅਗਲਾ ਕਾਰਵਾਈ ਹੋਣੀ ਆ ਤੇ MSP ਦੀ ਕਮੇਟੀ ਤੋਂ ਬਗੈਰ ਜਿਵੇਂ ਵੀ ਫੈਸਲਾ ਇੱਕ ਦਿਨ ਦਾ ਸਮਾਂ ਦਿੰਦੇ ਆ ਸਰਕਾਰ ਨੂੰ, ਤੇ ਉਹ 1 ਤਰੀਕ ਦੀ ਮੀਟਿੰਗ 'ਚ ਅਗਲੇ ਫੈਸਲੇ ਸਾਰੇ ਸੰਯੁਕਤ ਤੌਰ ਤੇ ਸਾਰੀਆਂ ਸਟੇਟ ਵਿੱਚ ਬੈਠ ਕੇ SKM ਵੱਲੋਂ ਲਿੱਤੀ ਜਾਊਗੀ। ਇਹ ਸਪੈਸ਼ਲ ਕੰਡੀਸ਼ਨਸ ਕ੍ਰੀਏਟ ਹੋਈਆਂ। ਜਿਹੜਾ ਆਪਾਂ ਭਰੋਸਾ ਸੀ ਵੀ ਰਾਜ ਸਭਾ 'ਚ ਆਪਾਂ ਬਿੱਲ ਪਾਸ ਕਰਾਉਣਾ, ਆਪਾਂ ਲੋਕ ਸਭਾ 'ਚ ਬਿੱਲ ਪਾਸ ਕਰਾਉਣਾ, ਹੋ ਗਿਆ। ਇਸ ਕਰਕੇ ਐਮਰਜੈਂਸੀ ਮੀਟਿੰਗ 1 ਤਰੀਕ ਦੀ ਬੁਲਾਈ ਗਈ ਆ। ਤਾਂ ਇੱਕ ਦਿਨ ਸਰਕਾਰ ਨੂੰ ਦਿੱਤਾ ਗਿਆ ਵੀ ਜਿਹੜੀਆਂ ਖੁੱਲੀ ਚਿੱਠੀ ਵਿੱਚ ਮੰਗਾਂ ਨੇ ਸਾਡੀਆਂ ਉਹ ਵੀ ਪੂਰੀਆਂ ਕੀਤੀਆਂ ਜਾਣ। ਅੱਜ ਸਰ ਜਿਹੜੀ 4 ਦਸੰਬਰ ਦੀ ਮੀਟਿੰਗ ਸੀਗੀ ਉਹ ਹਾਲੇ ਕੰਟੀਨਿਊ ਜਾਂ ਉਹੀ ਸ਼ਿਫਟ ਕਰਕੇ ਇੱਕ ਨੂੰ ਆ ਗਈ ਹੈ? ਹੁਣ ਉਹ 1 ਨੂੰ ਆ ਗਈ ਆ, ਉਹ ਸ਼ਿਫਟ ਕਰਕੇ 1 ਨੂੰ ਕੀਤੀ ਜਾਊਗੀ। 4 ਦਸੰਬਰ ਦੀ ਜਿਹੜੀ ਮੀਟਿੰਗ ਆ ਉਹ ਜਿਉਂ ਦੇ ਤੋਂ ਆ, ਕਿਉਂਕਿ ਐਮਰਜੈਂਸੀ ਕੰਡੀਸ਼ਨ ਦੇ ਵਿੱਚ ਜਿਹੜੇ 42 ਆਪਣੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਜਾਂਦੇ ਹੁੰਦੇ ਸੀ, ਜਿਹੜੇ ਆਪਾਂ 11 ਦੇ ਦੌਰ ਦੀ ਮੀਟਿੰਗ 'ਚ ਰਹੇ ਆ, ਉਹ ਆ ਕੇ ਮੀਟਿੰਗ 1 ਤਰੀਕ ਨੂੰ ਸਪੈਸ਼ਲ ਕਰਨਗੇ। ਕਿੰਨੇ ਵਜੇ ਦਾ ਸਮਾਂ ਰੱਖਿਆ ਗਿਆ ਜੀ? 11 ਵਜੇ ਦਾ ਸਮਾਂ 1 ਤਰੀਕ ਨੂੰ। सर मनजीत राय जी ने आपके नेता ने ये बात बोली थी कि जो ये पूरा आंदोलन इसको वापस लेना चाहिए क्योंकि सरकार ने मांगे माल नहीं है, और बाकायदा फेसबुक पे उन्होंने ये बात कही थी, और छोटे छोटे आंदोलन राज्यों में होते रहे, बाकी MSP को लंबा टाइम लगेगा, ये बात उन्होंने कही थी। इसको लेकर आप लोगों की 32 जत्थेबंदियों को क्या राय है? हमारी जो भी राय आती है हम एक बार बनाते हैं, उसके बाद वो राय SKM में रखते हैं, उसमें से पास होती है। इसीलिए वो राय बना ली है और 1 तरीक में SKM में रखेंगे, उसके बाद वो पास की जाएगी। क्या राय बनाई गई है? क्या राय बनाई गई है? ये SKM की मीटिंग में बताएंगे। चार्जशीट पेश हो चुकी है ਹਰਮੀਤ ਜੀ, ਚਾਰਜਸ਼ੀਟ ਪੇਸ਼ ਹੋ ਚੁੱਕੀ ਹੈ ਸੁਪਰੀਮ ਕੋਰਟ ਦੇ ਵਿੱਚ। ਫਿਰ ਕੇਸ ਨਾ ਤਾਂ ਸਰਕਾਰ ਦੇ ਹੱਥ ਵਾਸਾ, ਨਾ ਹੋਮ ਮਿਨਿਸਟਰੀ ਦਾ, ਨਾ ਸਟੇਟ ਦੇ ਹੱਥ ਵਾਸਾ ਜੀ। ਫਿਰ ਉਸ ਪ੍ਰਕਿਰਿਆ ਨੂੰ ਜਿਹੜੀ ਹੈਗੀ ਲੀਗਲ ਪ੍ਰਕਿਰਿਆ, ਉਹਨੂੰ ਕਿਵੇਂ ਵੇਖਦੇ? ਇਹੀ ਅਸੀਂ ਸਮਝਣਾ ਚਾਹੁੰਦੇ ਹਾਂ ਵੀ ਜਿਹੜੀ ਪ੍ਰਕਿਰਿਆ ਬੁਰਜਗਿਲ ਜੀ ਨੇ ਕਿਹਾ ਵੀ ਉਹ ਕੇਸ ਵਾਪਸ ਕਰਨ ਦੀ ਇੱਕ HM ਵੱਲੋਂ ਲੈਟਰ ਜਾਣੀ ਚਾਹੀਦੀਆਂ ਸਾਰੇ ਮਿਨਿਸਟਰਸ ਨੂੰ, ਹੋਮ ਮਿਨਿਸਟਰ ਨੂੰ, ਸਟੇਟਸ ਨੂੰ, ਵੀ ਆਪਣੇ ਕੇਸ ਵਾਪਸ ਲਿੱਤੇ ਜਾਣ। ਉਹ ਪ੍ਰਕਿਰਿਆ ਨੂੰ ਹੀ ਸਮਝਣ ਵਾਸਤੇ 1 ਦਿਨ ਦਾ ਟਾਈਮ ਦਿੱਤਾ ਗਿਆ। ਪਹਿਲਾਂ ਤਾਂ ਸਾਫ਼ ਕਰ ਦਈਏ ਵੀ 4 ਸੀਟ ਸੁਪਰੀਮ ਕੋਰਟ 'ਚ ਪੇਸ਼ ਨਹੀਂ ਹੁੰਦੀ। ਨਹੀਂ, ਮੈਂ ਇੱਥੇ ਹੀ ਹਾਂ।
ਮੈਂ ਸਿਰਫ ਬੇਨਤੀ ਇਹ ਕਰਦਾ ਪਹਿਲਾਂ ਜਿਹੜੀ ਚਾਰਜ ਸ਼ੀਟ ਹੈ ਨਾ ਉਹ ਸੁਪਰੀਮ ਕੋਰਟ 'ਚ ਨਹੀਂ ਪੇਸ਼ ਹੋਇਆ ਕਰਦੀ। ਇਹ ਟ੍ਰਾਇਲ ਕੋਰਟ ਦਾ ਮਾਮਲਾ ਹੈ। ਕੇਸ ਜਿਹੜੇ ਦਰਜ ਹੋਏ ਨੇ ਜਿਸ ਪੁਲਿਸ ਸਟੇਸ਼ਨ ਦੀ ਜੁਰਿਡਿਕਸ਼ਨ ਹੁੰਦੀ ਹੈ ਉਸ ਕੋਰਟ 'ਚ ਚਾਰਜ ਸ਼ੀਟ ਪੇਸ਼ ਹੁੰਦੀ ਹੈ। ਸਿਰਫ ਦਿੱਲੀ ਦੇ ਵਿੱਚ ਲਾਲ ਕਿਲੇ ਜਿਹੜੀ FIR ਹੈ ਇੱਕੋ ਹੀ ਚਾਰਜ ਸ਼ੀਟ ਪੇਸ਼ ਹੋਈ ਹੈ, ਬਾਕੀ ਕਿਸੇ ਕੇਸ 'ਚ ਪੇਸ਼ ਹੋਈ ਨਹੀਂ। ਨਾ ਕਿਸੇ ਸਟੇਟ 'ਚ ਪੇਸ਼ ਹੋਈ ਹੈ, ਨਾ ਕਿਤੇ ਹਰਿਆਣੇ 'ਚ ਹੋਈ ਹੈ। ਇਸ ਲਈ ਮੇਅਰ FIR ਨੇ, ਜਿਹੜੀ ਮੇਅਰ FIR ਹੈ ਨੂੰ ਹੋਮ ਮਿਨਿਸਟਰੀ ਆਰਡਰ ਕਰੇ ਤਾਂ ਉਹ ਇੱਕਦਮ ਕੈਂਸਲ ਹੋ ਜਾਂਦੀ ਹੈ। ਜੇ ਚਾਰਜ ਸ਼ੀਟ ਪੇਸ਼ ਹੁੰਦੀ ਹੈ ਤਾਂ 301 CRPC ਦੇ ਵਿੱਚ ਵਿਡਰਾਲ ਫਰੋਮ ਪ੍ਰੋਸੀਕਿਊਸ਼ਨ ਇੱਕ ਐਪਲੀਕੇਸ਼ਨ ਦੇਣੀ ਪੈਂਦੀ, ਉਹ ਵਿਡਰਾ ਹੋ ਜਾਂਦੇ ਨੇ। ਸੋ ਇਹ ਹੋ ਰਿਹਾ ਜਿਵੇਂ ਕਾਦੀਆਂ ਸਾਹਿਬ ਨੇ ਦੱਸਿਆ, ਦੈਟ ਇਜ਼ ਇਨ ਦਾ ਪ੍ਰੋਸੈਸ, ਦੈਟ ਵਿਲ ਬੀ ਡਨ। ਜਿਹੜੇ ਮਸਲਿਆਂ ਦੀ NIA ਜਾਂਚ ਕਰ ਰਿਹਾ ਉਹ NIA ਜਾਂਚ ਕਰ ਰਿਹਾ, ਜਿਹੜੇ ਮਸਲਿਆਂ ਦੀ NIA ਜਾਂਚ ਕਰ ਰਿਹਾ, ਜਿਹੜੇ ਮਸਲਿਆਂ ਦੀ ਇਨਵੈਸਟੀਗੇਸ਼ਨ ਕੀਤਾ ਜਾ ਰਿਹਾ ਉਹ ਤਾਂ ਆਲਰੇਡੀ ਕੈਂਸਲ ਹੋ ਗਈ ਸੀ। ਉਹਨਾਂ ਕੋਈ ਨੇ ਇਸ ਤਾਂ ਪੇਸ਼ ਹੀ ਨਹੀਂ ਹੋਇਆ, ਅਸੀਂ ਪਹਿਲਾਂ ਨੂੰ ਰਿਜੈਕਟ ਕਰਤਾ ਸੀ। ਜੇਕਰ NIA ਦਾ ਨੋਟਿਸ ਕਿਸੇ ਨੂੰ ਹੈ ਅੰਦੋਲਨ 1 ਤਰੀਕ ਤੱਕ ਅਗਲੇ ਮੀਟਿੰਗ ਤੱਕ ਜੋ ਅੰਦੋਲਨ ਜਾਰੀ रहेगा, 1 ਤਰੀਕ ਤੱਕ ਚਲੇਗਾ। ਹਰਮੀਤ ਜੀ, ਜਿਹੜਾ ਕੰਪਨਸੇਸ਼ਨ ਦੇਣਾ ਸੀ ਕਿਸਾਨ ਆਗੂਆਂ ਨੇ 32 ਜਥੇਬੰਦੀਆਂ ਸੰਯੁਕਤ ਕਿਸਾਨ ਨੂੰ 2-2 ਲੱਖ ਰੁਪਇਆ ਸ਼ਹੀਦ ਕਿਸਾਨਾਂ ਨੂੰ, ਉਹ ਕਦੋਂ ਤੱਕ ਦਿੱਤਾ, ਕਿੰਨੇ ਕੁ ਨੂੰ ਦਿੱਤਾ ਜੀ ਸੰਯੁਕਤ ਕਿਸਾਨ ਮੋਰਚੇ ਜਿਹੜੇ ਕਿਸਾਨ ਸ਼ਹੀਦ ਹੋਏ ਆ ਜੀ? SKM ਦੀ ਮੀਟਿੰਗ ਤੋਂ ਬਾਅਦ ਉਹ ਕਲੈਰੀਫਿਕੇਸ਼ਨ ਦਿੱਤੀ ਜਾਊਗੀ। SKM ਦੀ ਮੀਟਿੰਗ ਮਹੱਤਵਪੂਰਨ ਹੈ, ਸਾਰੀ ਸਟੇਟ ਨੂੰ ਬਿਹਤਰ ਕਰਦੀ ਹੈ। ਜਿਹੜੇ ਪੰਜਾਬ ਦੇ ਸ਼ਹੀਦ ਹੋਇਆ ਉਹ 665 ਹੈ, ਸਭ ਤੋਂ ਵੱਡੀ ਗਿਣਤੀ ਪੰਜਾਬ ਦੀ ਹੈ। ਉਹਦੇ ਚ ਕਾਫੀ ਵੱਡੀ ਗਿਣਤੀ ਨੂੰ ਜਿਹੜਾ 5-5 ਲੱਖ ਦਾ ਮੁਆਵਜ਼ਾ ਹੈ ਉਹ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ, ਔਰ ਨੌਕਰੀਆਂ ਦੇ ਵੀ ਮਤਲਬ ਉਹਨਾਂ ਨੂੰ ਘਰ ਘਰ ਜਾ ਕੇ ਉਹਨਾਂ ਨੂੰ ਕਹਿ ਦਿੱਤਾ। ਸੰਯੁਕਤ ਕਿਸਾਨ ਮੋਰਚਾ 2-2 ਲੱਖ ਦੇਵੇਗਾ ਆਪਣੇ ਤੌਰ ਤੇ ਜੀ। ਮੋਰਚਾ ਲੰਬਾ ਚੱਲਣ ਕਾਰਨ ਐਡੀ ਕੋਈ ਆਰਥਿਕ ਸਥਿਤੀ ਨਹੀਂ ਹੈ ਮੋਰਚੇ ਦੀ ਵੀ ਉਹ ਇਸ ਚੀਜ਼ ਕਰ ਸਕੇ। ਇਦਾਂ ਸਰਕਾਰਾਂ ਤੋਂ ਦਿਵਾਉਣ ਤੋਂ ਹੀ ਮੁਆਵਜ਼ੇ ਦੀ ਅਸੀਂ ਮੰਗ ਕੀਤੀ ਆ। ਸਰਕਾਰ ਸੈਂਟਰਲ ਸਰਕਾਰ ਨੇ ਜਿਹੜਾ ਐਲਾਨ ਕੀਤਾ ਉਹਦੇ ਚ ਕਿਵੇਂ ਉਹ ਕਿੰਨਾ ਦਿੰਦੇ ਆ ਤੇ ਕਿੰਨਾ ਦਿੰਦੇ ਆ, ਉਹਦੇ ਵਾਸਤੇ ਕਲੀਅਰ ਵਾਸਤੇ ਕੱਲ ਦਾ ਦਿਨ ਸੈਂਟਰ ਸਰਕਾਰ ਨੂੰ ਦਿੱਤਾ ਜਾ ਰਿਹਾ। ਕਮੇਟੀ ਫਾਰਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਕਮੇਟੀ ਦੀ ਰੂਪਰੇਖਾ ਕੀ ਹੋਣੀ ਚਾਹੀਦੀ ਹੈ? ਤੁਹਾਡੇ ਕੋਲ ਕੀ ਪ੍ਰਪੋਜ਼ਲ ਤਿਆਰ ਕੀਤਾ ਉਸ ਚੀਜ਼ ਨੂੰ ਲੈ ਕੇ? ਹਾਲੇ ਤੱਕ ਸਰਕਾਰ ਨੇ ਜਿਹੜੀ ਐਲਾਨ ਕੀਤਾ ਸਾਡੇ SKM ਤੱਕ ਜਾਂ 32 ਜਥੇਬੰਦੀਆਂ ਤੱਕ ਕੋਈ ਪ੍ਰਪੋਜ਼ਲ ਲੈ ਕੇ ਨਹੀਂ ਆਏ, ਪਰ ਉਹ ਸੁਣਿਆ ਵੀ ਤੁਹਾਡੇ ਜਿਹੜੇ ਕਿਸਾਨਾਂ ਦਾ ਵੀ ਨੁਮਾਇੰਦਗੀ ਰੱਖੀ ਜਾਊਗੀ, ਜਿਹੜੀ ਸਾਡੀ ਪੁਰਾਣੀ ਮੰਗ ਸੀ, ਪਰ ਟਨਿਓਰ ਨਹੀਂ ਦੱਸੀ ਗਈ, ਕਲੈਰਿਟੀ ਵੀ ਕਿੰਨੇ ਦੇਰ 'ਚ ਉਹ ਕਮੇਟੀ ਆਪਣਾ ਕੰਮ ਕਰਕੇ ਰੱਖ ਦੂਗੀ। ਇਹ ਕਲੈਰਿਟੀ ਅਸੀਂ ਅੱਜ ਤੁਹਾਡੇ ਦੌਰਾਨ ਸਰਕਾਰ ਤੋਂ ਹੀ ਮੰਗ ਕਰ ਰਹੇ ਹਾਂ ਵੀ ਉਹ MSP ਦੀ ਕਮੇਟੀ ਆ, ਉਹਦੇ ਮੈਂਬਰਸ਼ਿਪ, ਉਹਦਾ ਟਨਿਓਰ ਕਿੰਨਾ ਹੋਊਗਾ ਤੇ ਕੀ ਉਹ ਕਿੱਦਾਂ ਲੀਗਲ ਬਣਾਉਣ ਦੀ ਜਿਹੜੀ ਪ੍ਰਕਿਰਿਆ ਉਹ ਕਿੰਨੀ ਦੇਰ ਤੱਕ ਕੰਪਲੀਟ ਕੀਤੀ ਜਾਊਗੀ। ਇਹ ਸਾਰੇ ਫੈਸਲੇ SKM ਕਮੇਟੀ ਦੇ ਨੇ। ਜੇ BJP ਦਾ ਵਿਰੋਧ ਸੀ ਕਿਉਂਕਿ ਉਹ ਕਾਲੇ ਕਾਨੂੰਨ ਲੈ ਕੇ ਆਏ ਸੀ, ਉਹੀ ਕਾਲੇ ਕਾਨੂੰਨ ਵਾਪਸ ਹੋਏ ਆ। ਜਿੱਦਾਂ ਦੀ ਵੇਖ ਕਲੈਰਿਟੀ ਹੈ SKM ਦੇ ਵਿੱਚ ਦਿੱਤੀ ਜਾਊਗੀ। ਅਸੀਂ ਚਾਹੁੰਦੇ ਆ, ਸਾਡੇ 32 ਜਥੇਬੰਦੀਆਂ ਵੱਲੋਂ ਚਾਹੁੰਦੇ ਆ ਹਾਲੇ SKM 'ਚ ਲੈ ਕੇ ਆਉਣਾ, ਪਰ ਪ੍ਰਾਈਮ ਮਿਨਿਸਟਰ ਇਸ ਗੱਲ ਤੇ ਪਾਰਲੀਮੈਂਟ ਦੇ ਵਿੱਚ ਬੋਲੇ। ਹਰਮੀਤ ਜੀ, ਕੋਈ ਸਿਆਸੀ ਧੜਾ ਵੀ ਬਣ ਸਕਦਾ ਪੰਜਾਬ ਦੇ ਵਿੱਚ? ਕੋਈ ਧੜਾ ਹਾਲੇ ਅਸੀਂ ਲੜਾਈ ਲੜ ਰਹੇ ਆ ਤੁਹਾਡੇ ਸਾਹਮਣੇ, ਜਿਵੇਂ ਜਿਵੇਂ ਜਿੱਤਾ ਪ੍ਰਾਪਤ ਕਰ ਰਹੇ ਆ। ਇਹ ਗੈਰ ਸਿਆਸੀ ਰੱਖਿਆ ਗਿਆ। ਤੁਸੀਂ 1 ਸਾਲ ਤੋਂ ਕਵਰ ਕਰ ਰਹੇ ਆ ਵੀ ਇੱਕ ਵੀ ਬੰਦਾ ਅਸੀਂ ਸਟੇਜ ਤੇ ਸਿਆਸੀ ਨਹੀਂ ਚੜ੍ਹਨ ਦਿੱਤਾ। ਹਾਲੇ ਇਸ ਵੱਲ ਕੋਈ ਧਿਆਨ ਨਹੀਂ। ਪੰਜਾਬ ਦੀ ਰਾਜਧਾਨੀ ਵਾਲੇ ਹੋਣਗੇ ਕਿ ਤੁਹਾਡੀਆਂ ਮੰਗਾਂ ਕੁਝ ਕਰੇ ਉਧਰ ਵੀ ਪੈਂਡਿੰਗ ਨੇ। ਸਾਡਾ ਇੱਕ ਬਹੁਤ ਮਹੱਤਵਪੂਰਨ ਮੰਗ ਆ ਜਿਹੜੀ ਕਿ ਆ ਸਰਕਾਰ ਪੰਜਾਬ ਸਰਕਾਰ ਲੈ ਕੇ ਆਈ ਸੀ ਕਰਜ਼ੇ ਦੀ, ਜਿਹੜੇ ਉਹਨਾਂ ਨੇ ਸਾਡੇ ਨਾਲ ਮੀਟਿੰਗ ਕਰਕੇ 1 ਹਫ਼ਤੇ ਦਾ ਟਾਈਮ ਲਿੱਤਾ ਸੀ, ਪਰ ਅਸੀਂ ਇੱਧਰ ਉਲਝੇ ਕਾਰਨ ਉਹਨਾਂ ਨੂੰ ਹੁਣ ਦੱਸਣਾ ਚਾਹੁੰਦੇ ਆ ਵੀ ਆਪਣੀ ਤਿਆਰੀ ਰੱਖ ਲਓ। ਆਉਣ ਵਾਲੇ ਸਮੇਂ 'ਚ ਤੁਹਾਡੇ ਕਰਜ਼ੇ ਦੀ ਤੁਸੀਂ ਜਿਹੜੀ ਮੰਗ ਸਾਡੀ ਪੂਰੀ ਨਹੀਂ ਕੀਤੀ, ਜੇ ਨਾ ਕੀਤੀ ਤਾਂ ਵੱਡਾ ਅੰਦੋਲਨ ਲੜਿਆ ਜਾ ਸਕਦਾ ਪੰਜਾਬ ਦੇ ਉਲਟ। 1 ਤਰੀਕ ਨੂੰ ਵਾਪਸ ਲੈ ਕੇ ਜਾ ਸਕਦੇ ਹੋ, ਐਲਾਨ ਕਰ ਸਕਦੇ ਹੋ? ਇਹ SKM ਫੈਸਲਾ ਕਰੂਗਾ, ਕੱਲਾ ਪੰਜਾਬ ਜਾਂ 32 ਜਥੇਬੰਦੀਆਂ ਇਹ ਫੈਸਲਾ ਨਹੀਂ ਕਰ ਸਕਦੀ। ਸਾਰਿਆਂ ਨੂੰ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਤੁਹਾਡੇ ਚਿਹਰੇ ਦੱਸਦੇ ਪਏ ਆ ਵੀ ਤੁਸੀਂ PC ਕਿਵੇਂ ਦੇਖਣਾ ਚਾਹੁੰਦੇ ਹੋ, ਤੇ ਉਹ ਤੁਹਾਡੇ ਚਿਹਰੇ ਦੇਖ ਰਹੇ ਆ। ਤੇ ਜਿਹੜਾ ਇਤਿਹਾਸਿਕ ਦਿਨ ਆਪਾਂ ਨੂੰ ਬੜੇ ਦੇਰ ਤੋਂ ਉਡੀਕ ਸੀਗੀ ਤੇ ਜਿਹਦੇ ਵਿੱਚ ਹਰ ਵਰਗ ਨੇ ਵੱਡਾ ਤੁਹਾਡਾ ਅੰਦੋਲਨ ਸਾਥ ਰਿਹਾ, ਮੀਡੀਆ ਵਾਲਿਆਂ ਦਾ, ਤੁਸੀਂ ਸਾਨੂੰ ਵਰਲਡ ਤੱਕ ਪਹੁੰਚਾਇਆ, ਇਸ ਅੰਦੋਲਨ ਨੂੰ ਵਰਲਡ ਤੱਕ ਪਹੁੰਚਾਇਆ, ਤੇ ਤੁਹਾਡਾ ਸਾਰੇ ਮੀਡੀਆ ਦਾ ਪਹਿਲਾਂ ਬਹੁਤ ਬਹੁਤ ਧੰਨਵਾਦ। ਤੇ ਨਾਲੇ ਜਿਨ੍ਹਾਂ ਵੀਰਾਂ ਨੇ ਇੱਥੇ ਲੰਗਰ ਲਾਏ, ਜਿਹੜੇ ਸੰਸਥਾ ਨੇ ਲੰਗਰ ਲਾਏ, ਜਿਹੜੇ ਵਰਗ ਨੇ ਇੱਥੇ ਆ ਕੇ ਹਰ ਤਰੀਕੇ ਨਾਲ ਤਨ ਮਨ ਧਨ ਨਾਲ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ, ਉਹਨਾਂ ਦਾ ਵੀ ਸਾਰਾ ਧੰਨਵਾਦ। ਤੇ ਅੱਜ ਜਿਹੜਾ ਆਪਾਂ ਨੂੰ ਇਤਿਹਾਸਿਕ ਦਿਨ ਤੌਰ ਤੇ ਇਹ ਮੰਨਿਆ ਜਾ ਸਕਦਾ ਵੀ 3 ਕਾਨੂੰਨਾਂ ਖਾਤਰ 2 ਕਾਨੂੰਨਾਂ ਦੇ ਵਿੱਚ ਕਿਸਾਨਾਂ ਨੂੰ ਪਰਾਲੀ ਦੇ ਜਿਹੜਾ ਪੋਲਿਊਸ਼ਨ ਦਾ ਐਕਟ ਸੀ, ਨਾਲ ਬਿਜਲੀ ਐਕਟ, 5 ਦੇ ਵਿੱਚੋਂ ਆਪਾਂ ਅੰਦੋਲਨ ਪੂਰਨ ਤੌਰ ਤੇ ਇਸ 5 ਕਾਨੂੰਨਾਂ ਤੇ ਆਪਾਂ ਜਿੱਤ ਹਾਸਲ ਕੀਤੀ ਆ। ਤੇ ਇੱਕੋ ਦਿਨ ਇਤਿਹਾਸਿਕ ਆ ਇਹ ਵੀ ਲੋਕ ਸਭਾ ਅੰਦੋਲਨ
ਇਸ ਸਦੀ ਦਾ ਸਭ ਤੋਂ ਵੱਡਾ, ਸਭ ਤੋਂ ਵੱਡੀ ਗੈਦਰਿੰਗ ਵਾਲਾ ਤੇ ਸਭ ਤੋਂ ਪੀਸਫੁਲ ਅੰਦੋਲਨ ਮੰਨਿਆ ਜਾ ਚੁੱਕਿਆ ਹੈ। ਇਤਿਹਾਸ ਦੇ ਵਿੱਚ ਇੱਕ ਨਵੀਂ ਮਹਾਨ ਜਿੱਤ ਅਸੀਂ ਦਰਜ ਕਰਾ ਚੁੱਕਿਆ ਹੈ ਸੰਯੁਕਤ ਕਿਸਾਨ ਮੋਰਚਾ। ਦੂਸਰੀ ਗੱਲ ਜਿਹੜੀ ਹਰਮੀਤ ਸਿੰਘ ਕਾਦੀਆ ਨੇ ਕਹੀ ਹੈ ਕਿ ਤਿੰਨੇ ਕਾਨੂੰਨ ਰੱਦ ਹੋ ਚੁੱਕੇ ਹੈ, ਬੜੀ ਸਾਡੇ ਇਹ ਮਾਣ ਵਾਲੀ ਗੱਲ ਹੈ। ਜਿਹੜੇ ਕਹਿੰਦੇ ਸੀ ਮੋਦੀ ਹੈ ਤਾਂ ਮੁਮਕਿਨ ਹੈ, ਜੋ ਮੋਦੀ ਨੇ ਕਹਿਤਾ ਉਹ ਕਦੇ ਵੀ ਪੁੱਠਾ ਨਹੀਂ ਜਾਂਦਾ ਹੁੰਦਾ, ਵਾਪਸ ਨਹੀਂ ਜਾਂਦਾ ਹੁੰਦਾ। ਉਹ ਅਸੀਂ ਸਿੱਧ ਕਰ ਦਿਖਾਇਆ ਕਿ ਲੋਕ ਵੱਡੇ ਹੁੰਦੇ ਆ, ਹਕੂਮਤਾਂ ਨਹੀਂ ਵੱਡੀਆਂ ਹੁੰਦੀਆਂ। ਅੱਜ ਲੋਕਾਂ ਦੀ ਕਚਹਿਰੀ ਨੇ ਜੋ ਫੈਸਲਾ ਕੀਤਾ ਸੀ ਕਿ ਤਿੰਨੇ ਕਾਨੂੰਨ ਰੱਦ ਕਰੋ, ਉਹ ਰੱਦ ਹੋ ਚੁੱਕਿਆ। ਲੋਕਾਂ ਦੀ ਕਚਹਿਰੀ ਦੀ ਜਿੱਤ ਹੋਈ ਹੈ। ਦੂਸਰੀ ਗੱਲ, ਜਿਹੜਾ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀ ਕਿ ਅਸੀਂ ਕਮੇਟੀ ਬਣਾਵਾਂਗੇ MSP ਤੇ, ਉਹ ਅਜੇ ਬਾਕੀ ਰਹਿੰਦਾ ਹੈ। ਉਹਨਾਂ ਨੇ ਐਲਾਨ ਅਜੇ ਨਹੀਂ ਕੀਤਾ ਅੱਜ ਦੇ ਸੈਸ਼ਨ ਦੇ ਵਿੱਚ। ਇੱਕ ਜਿਹੜਾ ਬਿੱਲ 2020 ਬਿਜਲੀ ਸੋਧ ਐਕਟ, ਉਹ ਵੀ ਅਜੇ ਰਹਿੰਦਾ। ਜਿਹੜੇ ਕੇਸ ਹੈ ਬੇਸ਼ੱਕ ਉਹਨਾਂ ਦਾ ਇੱਕ ਵਾਰ ਐਲਾਨ ਉਹਨਾਂ ਨੇ ਕਰਤਾ, ਪਰ ਉਹਦੇ ਤੇ ਤਸੱਲੀ ਨਹੀਂ ਵੱਜਦੀ। ਉਹ ਗ੍ਰਹਿ ਵਿਭਾਗ ਐਲਾਨ ਕਰੇ ਕਿ ਦੂਸਰੀਆਂ ਸਟੇਟਾਂ ਨੂੰ ਕਹਿ ਕੇ ਅਸੀਂ ਇਹ ਜਿਹੜੇ ਕੇਸ ਹੈ ਖਾਰਜ ਕਰਾਵਾਂਗੇ। ਇਵੇਂ ਜਿਵੇਂ ਕੰਪਨਸੇਸ਼ਨ ਵਾਲੀ ਵੀ ਕਹਿਣ ਵੀ ਉਹਨੂੰ ਲਾਗੂ ਕਰੋ। ਇਹ ਜਿਹੜੀਆਂ ਮੰਗਾਂ ਹੈ ਉਹ ਕੱਲ੍ਹ ਦੇ ਸੈਸ਼ਨ ਦੇ ਵਿੱਚ ਅਸੀਂ ਮੰਗ ਕਰਾਂਗੇ ਕਿ ਕੱਲ੍ਹ ਦੇ ਸੈਸ਼ਨ ਦੇ ਵਿੱਚ ਬਾਕੀ ਰਹਿੰਦੀਆਂ ਜਿਹੜੀਆਂ ਮੰਗਾਂ ਹੈ, ਜੋ ਅਸੀਂ PM ਨੂੰ ਖੁੱਲ੍ਹਾ ਖੱਤ ਲਿਖਿਆ ਸੀ ਉਹਦੇ ਵਿੱਚ ਉਹ ਦਰਜ ਹੈ, ਉਹਨਾਂ ਦਾ ਐਲਾਨ ਕਰ ਦੇਣ ਤਾਂ ਅਸੀਂ ਪਰਸੋਂ SKM ਦੀ ਮੀਟਿੰਗ ਬੁਲਾਈ ਹੈ। ਉਹ ਮੀਟਿੰਗ ਦੇ ਵਿੱਚ ਅਗਲਾ ਅਸੀਂ ਫੈਸਲਾ ਲੈ ਲਵਾਂਗੇ। 1 ਤਰੀਕ ਨੂੰ SKM ਦੀ ਮੀਟਿੰਗ ਹੋਊਗੀ। ਜਿਹੜਾ ਅਗਲੇ ਫੈਸਲਾ ਅੰਦੋਲਨ ਦੀ ਜਿਹੜੀ ਜਿੱਤ ਆ ਅੱਜ ਹੋ ਚੁੱਕੀ ਆ, ਅਗਲੇ ਜਿਵੇਂ ਵੀ ਅਗਲਾ ਕਾਰਵਾਈ ਹੋਣੀ ਆ ਤੇ MSP ਦੀ ਕਮੇਟੀ ਤੋਂ ਬਗੈਰ ਜਿਵੇਂ ਵੀ ਫੈਸਲਾ ਇੱਕ ਦਿਨ ਦਾ ਸਮਾਂ ਦਿੰਦੇ ਆ ਸਰਕਾਰ ਨੂੰ, ਤੇ ਉਹ 1 ਤਰੀਕ ਦੀ ਮੀਟਿੰਗ 'ਚ ਅਗਲੇ ਫੈਸਲੇ ਸਾਰੇ ਸੰਯੁਕਤ ਤੌਰ ਤੇ ਸਾਰੀਆਂ ਸਟੇਟ ਵਿੱਚ ਬੈਠ ਕੇ SKM ਵੱਲੋਂ ਲਿੱਤੀ ਜਾਊਗੀ। ਇਹ ਸਪੈਸ਼ਲ ਕੰਡੀਸ਼ਨਸ ਕ੍ਰੀਏਟ ਹੋਈਆਂ। ਜਿਹੜਾ ਆਪਾਂ ਭਰੋਸਾ ਸੀ ਵੀ ਰਾਜ ਸਭਾ 'ਚ ਆਪਾਂ ਬਿੱਲ ਪਾਸ ਕਰਾਉਣਾ, ਆਪਾਂ ਲੋਕ ਸਭਾ 'ਚ ਬਿੱਲ ਪਾਸ ਕਰਾਉਣਾ, ਹੋ ਗਿਆ। ਇਸ ਕਰਕੇ ਐਮਰਜੈਂਸੀ ਮੀਟਿੰਗ 1 ਤਰੀਕ ਦੀ ਬੁਲਾਈ ਗਈ ਆ ਤੇ 1 ਦਿਨ ਸਰਕਾਰ ਨੂੰ ਦਿੱਤਾ ਗਿਆ ਵੀ ਜਿਹੜੀਆਂ ਖੁੱਲੀ ਚਿੱਠੀ ਵਿੱਚ ਮੰਗਾਂ ਨੇ ਸਾਡੀਆਂ ਉਹ ਵੀ ਪੂਰੀਆਂ ਕੀਤੀਆਂ ਜਾਣ। ਅੱਜ ਸਰ ਜਿਹੜੀ 4 ਦਸੰਬਰ ਦੀ ਮੀਟਿੰਗ ਸੀਗੀ ਉਹ ਹਾਲੇ ਕੰਟੀਨਿਊ ਹੈ ਜਾਂ ਉਹੀ ਸ਼ਿਫਟ ਕਰਕੇ 1 ਨੂੰ ਆ ਗਈ ਹੈ? ਹੁਣ ਉਹ 1 ਨੂੰ ਆ ਗਈ ਆ, ਉਹ ਸ਼ਿਫਟ ਕਰਕੇ 1 ਨੂੰ ਕੀਤੀ ਜਾਊਗੀ। 4 ਦਸੰਬਰ ਦੀ ਜਿਹੜੀ ਮੀਟਿੰਗ ਆ ਉਹ ਜਿਉਂ ਦੇ ਤੋਂ ਆ, ਕਿਉਂਕਿ ਐਮਰਜੈਂਸੀ ਕੰਡੀਸ਼ਨ ਦੇ ਵਿੱਚ ਜਿਹੜੇ 42 ਆਪਣੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਜਾਂਦੇ ਹੁੰਦੇ ਸੀ, ਜਿਹੜੇ ਆਪਾਂ 11 ਦੇ ਦੌਰ ਦੀ ਮੀਟਿੰਗ 'ਚ ਰਹੇ ਆ, ਉਹ ਆ ਕੇ ਮੀਟਿੰਗ 1 ਤਰੀਕ ਨੂੰ ਸਪੈਸ਼ਲ ਕਰਨਗੇ। ਕਿੰਨੇ ਵਜੇ ਦਾ ਸਮਾਂ ਰੱਖਿਆ ਗਿਆ ਜੀ? 11 ਵਜੇ ਦਾ ਸਮਾਂ 1 ਤਰੀਕ ਨੂੰ। सर मनजीत राय जी ने, आपके नेता ने ये बात बोली थी कि जो ये पूरा आंदोलन इसको वापस लेना चाहिए क्योंकि सरकार ने मांगे माल नहीं है, और बाकायदा फेसबुक पे उन्होंने ये बात कही थी, और छोटे छोटे आंदोलन राज्यों में होते रहे, बाकी MSP को लंबा टाइम लगेगा, ये बात उन्होंने कही थी। इसको लेकर आप लोगों की 32 जत्थेबंदियों को क्या राय है? हमारी जो भी राय आती है हम एक बार बनाते हैं, उसके बाद वो राय SKM में रखते हैं, उसमें से पास होती है। इसीलिए वो राय बना ली है और 1 तरीक में SKM में रखेंगे, उसके बाद वो पास की जाएगी। क्या राय बनाई गई है? क्या राय बनाई गई? ये SKM की मीटिंग में बताएंगे। चार्जशीट पेश हो चुकी है चार्जशीट पेश हो चुकी है सुप्रीम कोर्ट ਦੇ ਵਿੱਚ। ਫਿਰ ਕੇਸ ਨਾ ਤਾਂ ਸਰਕਾਰ ਦੇ ਹੱਥ ਵੱਸ ਆ, ਨਾ ਹੋਮ ਮਿਨਿਸਟਰੀ ਦੇ, ਨਾ ਸਟੇਟ ਦੇ ਹੱਥ ਵੱਸ ਆ ਜੀ। ਫਿਰ ਉਸ ਪ੍ਰਕਿਰਿਆ ਨੂੰ ਜਿਹੜੀ ਹੈਗੀ ਲੀਗਲ ਪ੍ਰਕਿਰਿਆ, ਉਹਨੂੰ ਕਿਵੇਂ ਵੇਖਦੇ? ਇਹੀ ਅਸੀਂ ਸਮਝਣਾ ਚਾਹੁੰਦੇ ਆ ਵੀ ਜਿਹੜੀ ਪ੍ਰਕਿਰਿਆ ਬੁਰਜਗਿਲ ਜੀ ਨੇ ਕਿਹਾ ਵੀ ਉਹ ਕੇਸ ਵਾਪਸ ਕਰਨ ਦੀ ਇੱਕ HM ਵੱਲੋਂ ਲੈਟਰ ਜਾਣੀ ਚਾਹੀਦੀਆਂ ਸਾਰੇ ਮਿਨਿਸਟਰਸ ਨੂੰ, ਹੋਮ ਮਿਨਿਸਟਰ ਨੂੰ, ਸਟੇਟਸ ਨੂੰ, ਵੀ ਆਪਣੇ ਕੇਸ ਵਾਪਸ ਲਿੱਤੇ ਜਾਣ। ਉਹ ਪ੍ਰਕਿਰਿਆ ਨੂੰ ਸਮਝਣ ਵਾਸਤੇ 1 ਦਿਨ ਦਾ ਟਾਈਮ ਦਿੱਤਾ ਗਿਆ। ਪਹਿਲਾਂ ਤਾਂ ਸਾਫ਼ ਕਰ ਦਈਏ ਵੀ 4 ਸੀਟ ਸੁਪਰੀਮ ਕੋਰਟ 'ਚ ਪੇਸ਼ ਨਹੀਂ ਹੁੰਦੀ। ਨਹੀਂ, ਮੈਂ ਇੱਥੇ ਹੀ ਹਾਂ। ਮੈਂ ਸਿਰਫ ਬੇਨਤੀ ਇਹ ਕਰਦਾ, ਪਹਿਲਾਂ ਜਿਹੜੀ 4 ਸੀਟ ਹੈ ਨਾ ਉਹ ਸੁਪਰੀਮ ਕੋਰਟ 'ਚ ਨਹੀਂ ਪੇਸ਼ ਹੋਇਆ ਕਰਦੀ। ਇਹ ਟ੍ਰਾਇਲ ਕੋਰਟ ਦਾ ਮਾਮਲਾ ਹੈ। ਕੇਸ ਜਿਹੜੇ ਦਰਜ ਹੋਏ ਨੇ, ਜਿਸ ਪੁਲਿਸ ਸਟੇਸ਼ਨ ਦੀ ਜੁਰਿਡਿਕਸ਼ਨ ਹੁੰਦੀ ਹੈ, ਉਸ ਕੋਰਟ 'ਚ 4 ਸੀਟ ਪੇਸ਼ ਹੁੰਦੀ ਹੈ। ਸਿਰਫ ਦਿੱਲੀ ਦੇ ਵਿੱਚ ਲਾਲ ਕਿਲੇ ਜਿਹੜੀ FIR ਹੈ, ਇੱਕੋ ਹੀ 4 ਸੀਟ ਪੇਸ਼ ਹੋਈ ਹੈ, ਬਾਕੀ ਕਿਸੇ ਕੇਸ 'ਚ ਪੇਸ਼ ਹੋਈ ਨਹੀਂ। ਨਾ ਕਿਸੇ ਸਟੇਟ 'ਚ ਪੇਸ਼ ਹੋਈ ਹੈ, ਨਾ ਕਿਤੇ ਹਰਿਆਣੇ 'ਚ ਹੋਈ ਹੈ। ਇਸ ਲਈ ਮੇਅਰ FIR ਨੇ, ਜਿਹੜੀ ਮੇਅਰ FIR ਹੈ ਨੂੰ ਹੋਮ ਮਿਨਿਸਟਰੀ ਆਰਡਰ ਕਰੇ ਤਾਂ ਉਹ ਇੱਕਦਮ ਕੈਂਸਲ ਹੋ ਜਾਂਦੀ ਹੈ। ਜੇ 4 ਸੀਟ ਪੇਸ਼ ਹੁੰਦੀ ਹੈ ਤਾਂ 301 CRPC ਦੇ ਵਿੱਚ
ਵਿਡਰਾਲ ਫਰੋਮ ਪ੍ਰੋਸੀਕਿਊਸ਼ਨ ਇੱਕ ਐਪਲੀਕੇਸ਼ਨ ਦੇਣੀ ਪੈਂਦੀ, ਉਹ ਵਿਡਰਾ ਹੋ ਜਾਂਦੇ ਨੇ। ਸੋ ਇਹ ਹੋ ਰਿਹਾ ਜਿਵੇਂ ਕਾਦੀਆਂ ਸਾਹਿਬ ਨੇ ਦੱਸਿਆ, ਦੈਟ ਇਜ਼ ਇਨ ਦਾ ਪ੍ਰੋਸੈਸ, ਦੈਟ ਵਿਲ ਬੀ ਡਨ। ਜਿਹੜੇ ਮਸਲਿਆਂ ਦੀ ਐਨਆਈਏ ਜਾਂਚ ਕਰ ਰਿਹਾ, ਉਹ ਐਨਆਈਏ ਜਾਂਚ ਕਰ ਰਿਹਾ, ਜਿਹੜੇ ਮਸਲਿਆਂ ਦੀ ਐਨਆਈਏ ਜਾਂਚ ਕਰ ਰਿਹਾ, ਜਿਹੜੇ ਮਸਲਿਆਂ ਦੀ ਇਨਵੈਸਟੀਗੇਸ਼ਨ ਕੀਤਾ ਜਾ ਰਿਹਾ, ਉਹ ਤਾਂ ਆਲਰੇਡੀ ਕੈਂਸਲ ਹੋ ਗਈ ਸੀ, ਉਹਨਾਂ ਕੋਈ ਨੇ ਇਸ ਤਾਂ ਪੇਸ਼ ਹੀ ਨਹੀਂ ਹੋਇਆ, ਅਸੀਂ ਪਹਿਲਾਂ ਨੂੰ ਰਿਜੈਕਟ ਕਰਤਾ ਸੀ। ਜੇਕਰ ਐਨਆਈ ਦਾ ਨੋਟਿਸ ਕਿਸੇ ਨੂੰ ਹੈ, ਅੰਦੋਲਨ 1 ਤਰੀਕ ਤੱਕ, ਅਗਲੇ ਮੀਟਿੰਗ ਦਾ ਜੋ ਅੰਦੋਲਨ ਜਾਰੀ रहेगा, 1 ਤਰੀਕ ਤੱਕ ਚਲੇਗਾ। ਹਰਮੀਤ ਜੀ, ਜਿਹੜਾ ਕੰਪਨਸੇਸ਼ਨ ਦੇਣਾ ਸੀ ਕਿਸਾਨ ਆਗੂਆਂ ਨੇ 32 ਜਥੇਬੰਦੀਆਂ ਸੰਯੁਕਤ ਕਿਸਾਨ ਨੂੰ 2-2 ਲੱਖ ਰੁਪਇਆ ਸ਼ਹੀਦ ਕਿਸਾਨਾਂ ਨੂੰ, ਉਹ ਕਦੋਂ ਤੱਕ ਦਿੱਤਾ, ਕਿੰਨੇ ਕੁ ਦੇਤਾ ਜੀ ਸੰਯੁਕਤ ਕਿਸਾਨ ਮੋਰਚੇ ਜਿਹੜੇ ਕਿਸਾਨ ਸ਼ਹੀਦ ਹੋਏ ਆ ਜੀ? ਐਸਕੇਐਮ ਦੀ ਮੀਟਿੰਗ ਤੋਂ ਬਾਅਦ ਉਹ ਕਲੈਰੀਫਿਕੇਸ਼ਨ ਦਿੱਤੀ ਜਾਊਗੀ। ਐਸਕੇਐਮ ਦੀ ਮੀਟਿੰਗ ਮਹੱਤਵਪੂਰਨ ਹੈ, ਸਾਰੀ ਸਟੇਟ ਨੂੰ ਬਿਹਤਰ ਕਰਦੀ ਹੈ। ਜਿਹੜੇ ਪੰਜਾਬ ਦੇ ਸ਼ਹੀਦ ਹੋਇਆ ਉਹ 665 ਹੈ, ਸਭ ਤੋਂ ਵੱਡੀ ਗਿਣਤੀ ਪੰਜਾਬ ਦੀ ਹੈ। ਉਹਦੇ ਚ ਕਾਫੀ ਵੱਡੀ ਗਿਣਤੀ ਨੂੰ ਜਿਹੜਾ 5-5 ਲੱਖ ਦਾ ਮੁਆਵਜ਼ਾ ਹੈ ਉਹ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ, ਔਰ ਨੌਕਰੀਆਂ ਦੇ ਵੀ ਮਤਲਬ ਉਹਨਾਂ ਨੂੰ ਘਰ ਘਰ ਜਾ ਕੇ ਉਹਨਾਂ ਨੂੰ ਕਹਿ ਦਿੱਤਾ। ਸੰਯੁਕਤ ਕਿਸਾਨ ਮੋਰਚਾ 2-2 ਲੱਖ ਦੇਵੇਗਾ ਆਪਣੇ ਤੌਰ ਤੇ ਜੀ। ਮੋਰਚਾ ਲੰਬਾ ਚੱਲਣ ਕਾਰਨ ਐਡੀ ਕੋਈ ਆਰਥਿਕ ਸਥਿਤੀ ਨਹੀਂ ਹੈ ਮੋਰਚੇ ਦੀ ਵੀ ਉਹ ਇਸ ਚੀਜ਼ ਕਰ ਸਕੇ। ਇਦਾਂ ਸਰਕਾਰਾਂ ਤੋਂ ਦਿਵਾਉਣ ਤੋਂ ਤਾਂ ਹੀ ਮੁਆਵਜ਼ੇ ਦੀ ਅਸੀਂ ਮੰਗ ਕੀਤੀ ਆ। ਸਰਕਾਰ, ਸੈਂਟਰਲ ਸਰਕਾਰ ਨੇ ਜਿਹੜਾ ਐਲਾਨ ਕੀਤਾ ਉਹਦੇ ਚ ਹੁਣ ਕਿਵੇਂ ਉਹ ਕਿੰਨਾ ਦਿੰਦੇ ਆ ਤੇ ਕਿੰਨਾ ਦਿੰਦੇ ਆ, ਉਹਦੇ ਵਾਸਤੇ ਕਲੀਅਰ ਵਾਸਤੇ ਕੱਲ ਦਾ ਦਿਨ ਸੈਂਟਰ ਸਰਕਾਰ ਨੂੰ ਦਿੱਤਾ ਜਾ ਰਿਹਾ। ਕਮੇਟੀ ਫਾਰਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਕਮੇਟੀ ਦੀ ਰੂਪਰੇਖਾ ਕੀ ਹੋਣੀ ਚਾਹੀਦੀ ਹੈ? ਤੁਹਾਡੇ ਕੋਲ ਕੀ ਪ੍ਰਪੋਜ਼ਲ ਤਿਆਰ ਕੀਤਾ ਉਸ ਚੀਜ਼ ਨੂੰ ਲੈ ਕੇ? ਹਾਲੇ ਤੱਕ ਸਰਕਾਰ ਨੇ ਜਿਹੜੀ ਐਲਾਨ ਕੀਤਾ ਸਾਡੇ ਐਸਕੇਐਮ ਤੱਕ ਜਾਂ 32 ਜਥੇਬੰਦੀਆਂ ਤੱਕ ਕੋਈ ਪ੍ਰਪੋਜ਼ਲ ਲੈ ਕੇ ਨਹੀਂ ਆਏ, ਪਰ ਉਹ ਸੁਣਿਆ ਵੀ ਤੁਹਾਡੇ ਜਿਹੜੇ ਕਿਸਾਨਾਂ ਦਾ ਵੀ ਨੁਮਾਇੰਦਗੀ ਰੱਖੀ ਜਾਊਗੀ, ਜਿਹੜੀ ਸਾਡੀ ਪੁਰਾਣੀ ਮੰਗ ਸੀ, ਪਰ ਟੈਨਿਓਰ ਨਹੀਂ ਦੱਸੀ ਗਈ, ਕਲੈਰਿਟੀ ਵੀ ਕਿੰਨੇ ਦੇਰ 'ਚ ਉਹ ਕਮੇਟੀ ਆਪਣਾ ਕੰਮ ਕਰਕੇ ਰੱਖ ਦੂਗੀ। ਇਹ ਕਲੈਰਿਟੀ ਅਸੀਂ ਅੱਜ ਤੁਹਾਡੇ ਦੌਰਾਨ ਸਰਕਾਰ ਤੋਂ ਹੀ ਮੰਗ ਕਰ ਰਹੇ ਹਾਂ ਵੀ ਉਹ ਐਮਐਸਪੀ ਦੀ ਕਮੇਟੀ ਆ, ਉਹਦੇ ਮੈਂਬਰਸ਼ਿਪ, ਉਹਦਾ ਟੈਨਿਓਰ ਕਿੰਨਾ ਹੋਊਗਾ ਤੇ ਕੀ ਉਹ ਕਿੱਦਾਂ ਲੀਗਲ ਬਣਾਉਣ ਦੀ ਜਿਹੜੀ ਪ੍ਰਕਿਰਿਆ ਉਹ ਕਿੰਨੀ ਦੇਰ ਤੱਕ ਕੰਪਲੀਟ ਕੀਤੀ ਜਾਊਗੀ। ਇਹ ਸਾਰੇ ਫੈਸਲੇ ਐਸਕੇਐਮ ਕਮੇਟੀ ਦੇ ਨੇ। ਜੇ ਬੀਜੇਪੀ ਦਾ ਵਿਰੋਧ ਸੀ ਕਿਉਂਕਿ ਉਹ ਕਾਲੇ ਕਾਨੂੰਨ ਲੈ ਕੇ ਆਏ ਸੀ, ਉਹੀ ਕਾਲੇ ਕਾਨੂੰਨ ਵਾਪਸ ਹੋਏ ਆ। ਜਿੱਦਾਂ ਦੀ ਵੇਖ ਕਲੈਰਿਟੀ ਹੈ ਐਸਕੇਐਮ ਦੇ ਵਿੱਚ ਦਿੱਤੀ ਜਾਊਗੀ। ਅਸੀਂ ਚਾਹੁੰਦੇ ਆ, ਸਾਡੇ 32 ਜਥੇਬੰਦੀਆਂ ਵੱਲੋਂ ਚਾਹੁੰਦੇ ਆ ਹਾਲੇ ਐਸਕੇਐਮ 'ਚ ਲੈ ਕੇ ਆਉਣਾ, ਪਰ ਪ੍ਰਾਈਮ ਮਿਨਿਸਟਰ ਇਸ ਗੱਲ ਤੇ ਪਾਰਲੀਮੈਂਟ ਦੇ ਵਿੱਚ ਬੋਲੇ। ਹਰਮੀਤ ਜੀ, ਕੋਈ ਸਿਆਸੀ ਧੜਾ ਵੀ ਬਣ ਸਕਦਾ ਪੰਜਾਬ ਦੇ ਵਿੱਚ? ਕੋਈ ਹਾਲੇ ਅਸੀਂ ਲੜਾਈ ਲੜ ਰਹੇ ਆ ਤੁਹਾਡੇ ਸਾਹਮਣੇ, ਜਿਵੇਂ ਜਿਵੇਂ ਜਿੱਤਾਂ ਪ੍ਰਾਪਤ ਕਰ ਰਹੇ ਆ। ਇਹ ਗੈਰ ਸਿਆਸੀ ਰੱਖਿਆ ਗਿਆ। ਤੁਸੀਂ 1 ਸਾਲ ਤੋਂ ਕਵਰ ਕਰ ਰਹੇ ਆ ਵੀ ਇੱਕ ਵੀ ਬੰਦਾ ਅਸੀਂ ਸਟੇਜ ਤੇ ਸਿਆਸੀ ਨਹੀਂ ਚੜ੍ਹਨ ਦਿੱਤਾ। ਹਾਲੇ ਇਸ ਵੱਲ ਕੋਈ ਧਿਆਨ ਨਹੀਂ। ਪੰਜਾਬ ਦੀ ਰਾਜਧਾਨੀ ਵਾਲੇ ਹੋਣਗੇ ਕਿ ਤੁਹਾਡੀਆਂ ਮੰਗਾਂ ਕੁਛ ਕਰੇ ਉਧਰ ਵੀ ਪੈਂਡਿੰਗ ਨੇ? ਸਾਡਾ ਇੱਕ ਬਹੁਤ ਮਹੱਤਵਪੂਰਨ ਮੰਗ ਆ ਜਿਹੜੀ ਕਿ ਆ ਸਰਕਾਰ, ਪੰਜਾਬ ਸਰਕਾਰ ਲੈ ਕੇ ਆਈ ਸੀ ਕਰਜ਼ੇ ਦੀ, ਜਿਹੜੇ ਉਹਨਾਂ ਨੇ ਸਾਡੇ ਨਾਲ ਮੀਟਿੰਗ ਕਰਕੇ 1 ਹਫ਼ਤੇ ਦਾ ਟਾਈਮ ਲਿੱਤਾ ਸੀ, ਪਰ ਅਸੀਂ ਇੱਧਰ ਉਲਝੇ ਕਾਰਨ ਉਹਨਾਂ ਨੂੰ ਹੁਣ ਦੱਸਣਾ ਚਾਹੁੰਦੇ ਆ ਵੀ ਆਪਣੀ ਤਿਆਰੀ ਰੱਖ ਲਓ। ਆਉਣ ਵਾਲੇ ਸਮੇਂ 'ਚ ਤੁਹਾਡੇ ਕਰਜ਼ੇ ਦੀ ਤੁਸੀਂ ਜਿਹੜੀ ਮੰਗ ਸਾਡੀ ਪੂਰੀ ਨਹੀਂ ਕੀਤੀ, ਜੇ ਨਾ ਕੀਤੀ ਤਾਂ ਵੱਡਾ ਅੰਦੋਲਨ ਲੜਿਆ ਜਾ ਸਕਦਾ ਪੰਜਾਬ ਦੇ ਉਲਟ। 1 ਤਰੀਕ ਨੂੰ ਵਾਪਸ ਲੈ ਕੇ ਜਾ ਸਕਦੇ ਹੋ, ਐਲਾਨ ਕਰ ਸਕਦੇ ਹੋ? ਇਹ ਐਸਕੇਐਮ ਫੈਸਲਾ ਕਰੂਗਾ, ਕੱਲਾ ਪੰਜਾਬ ਜਾਂ 32 ਜਥੇਬੰਦੀਆਂ ਇਹ ਫੈਸਲਾ ਨਹੀਂ ਕਰ ਸਕਦੀਆਂ। ਸਾਰਿਆਂ ਨੂੰ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਤੁਹਾਡੇ ਚਿਹਰੇ ਦੱਸਦੇ ਪਏ ਆ ਵੀ ਤੁਸੀਂ ਪੀਸੀ ਕਿਵੇਂ ਦੇਖਣਾ ਚਾਹੁੰਦੇ ਹੋ, ਤੇ ਉਹ ਤੁਹਾਡੇ ਚਿਹਰੇ ਦੇਖ ਰਹੇ ਆ। ਤੇ ਜਿਹੜਾ ਇਤਿਹਾਸਿਕ ਦਿਨ ਆਪਾਂ ਨੂੰ ਬੜੇ ਦੇਰ ਤੋਂ ਉਡੀਕ ਸੀਗੀ, ਤੇ ਜਿਹਦੇ ਵਿੱਚ ਹਰ ਵਰਗ ਨੇ ਵੱਡਾ ਤੁਹਾਡਾ ਅੰਦੋਲਨ ਸਾਥ ਰਿਹਾ, ਮੀਡੀਆ ਵਾਲਿਆਂ ਦਾ, ਤੁਸੀਂ ਸਾਨੂੰ ਵਰਲਡ ਤੱਕ ਪਹੁੰਚਾਇਆ, ਇਸ ਅੰਦੋਲਨ ਨੂੰ ਵਰਲਡ ਤੱਕ ਪਹੁੰਚਾਇਆ, ਤੇ ਤੁਹਾਡਾ ਸਾਰੇ ਮੀਡੀਆ ਦਾ ਪਹਿਲਾਂ ਬਹੁਤ ਬਹੁਤ ਧੰਨਵਾਦ। ਤੇ ਨਾਲੇ ਜਿਨ੍ਹਾਂ ਵੀਰਾਂ ਨੇ ਇੱਥੇ ਲੰਗਰ ਲਾਏ, ਜਿਹੜੇ ਸੰਸਥਾ ਨੇ ਲੰਗਰ ਲਾਏ, ਜਿਹੜੇ ਵਰਗ ਨੇ ਇੱਥੇ ਆ ਕੇ ਹਰ ਤਰੀਕੇ ਨਾਲ ਤਨ ਮਨ ਧਨ ਨਾਲ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ, ਉਹਨਾਂ ਦਾ ਵੀ ਸਾਰਾ ਧੰਨਵਾਦ। ਤੇ ਅੱਜ ਜਿਹੜਾ ਆਪਾਂ ਨੂੰ ਇਤਿਹਾਸਿਕ ਦਿਨ ਤੌਰ ਤੇ ਇਹ ਮੰਨਿਆ ਜਾ ਸਕਦਾ ਵੀ 3 ਕਾਨੂੰਨਾਂ ਖਾਤਰ, 2 ਕਾਨੂੰਨਾਂ ਦੇ ਵਿੱਚ ਕਿਸਾਨਾਂ ਨੂੰ ਪਰਾਲੀ ਦੇ ਜਿਹੜਾ ਪੋਲਿਊਸ਼ਨ ਦਾ ਐਕਟ ਸੀ, ਨਾਲ ਬਿਜਲੀ ਐਕਟ, 5 ਦੇ ਵਿੱਚੋਂ ਆਪਾਂ ਅੰਦੋਲਨ ਪੂਰਨ ਤੌਰ ਤੇ ਇਸ 5 ਕਾਨੂੰਨਾਂ ਤੇ ਆਪਾਂ ਜਿੱਤ ਹਾਸਲ ਕੀਤੀ ਆ। ਤੇ ਇੱਕੋ ਦਿਨ ਇਤਿਹਾਸਿਕ ਆ ਇਹ ਵੀ ਲੋਕ ਸਭਾ ਦੇ ਵਿੱਚ ਵੀ ਪੇਸ਼ ਹੋਇਆ, ਨਾਲ ਉਹ 'ਚ ਪਾਸ ਹੋਇਆ, ਨਾਲ ਰਿਪੀਲ ਤੌਰ ਤੇ ਰਾਜ ਸਭਾ 'ਚ ਪੇਸ਼ ਹੋਇਆ, ਤੇ ਰਾਜ ਸਭਾ 'ਚ ਵੀ ਪਾਸ ਹੋ ਗਿਆ। ਇਹ ਅੱਜ ਤੱਕ ਕਦੀ ਨਹੀਂ ਹੋਇਆ, ਤੇ ਐਡੀ ਵੱਡੀ ਕਿਸਾਨ ਅੰਦੋਲਨ ਦੀ ਜਿੱਤ ਇਹ ਨਾ ਅੱਜ ਤੱਕ ਕਦੀ ਹੋਈ ਸੀ। ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀ ਜਿੱਤਾਂ ਨੂੰ ਯਾਦ ਕੀਤਾ ਜਾਊਗਾ। ਤੇ ਇਸ ਜਿੱਤ ਤੋਂ ਬਾਅਦ ਆਪਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਤੇ ਅਗਲਾ ਗੱਲ ਪੁਰਜਗਿਲ ਸਿੰਘ ਗੱਲ ਕਰਨਗੇ ਜੀ। ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹੂੰਗਾ ਕਿ ਜਿਹੜਾ ਇਹ ਅੰਦੋਲਨ
ਇਸ ਸਦੀ ਦਾ ਸਭ ਤੋਂ ਵੱਡਾ, ਸਭ ਤੋਂ ਵੱਡੀ ਗੈਦਰਿੰਗ ਵਾਲਾ ਤੇ ਸਭ ਤੋਂ ਪੀਸਫੁਲ ਅੰਦੋਲਨ ਮੰਨਿਆ ਜਾ ਚੁੱਕਿਆ ਹੈ। ਇਤਿਹਾਸ ਦੇ ਵਿੱਚ ਇੱਕ ਨਵੀਂ ਮਹਾਨ ਜਿੱਤ ਅਸੀਂ ਦਰਜ ਕਰਾ ਚੁੱਕਿਆ ਹੈ ਸੰਯੁਕਤ ਕਿਸਾਨ ਮੋਰਚਾ। ਦੂਸਰੀ ਗੱਲ ਜਿਹੜੀ ਹਰਮੀਤ ਸਿੰਘ ਕਾਦੀਆ ਨੇ ਕਹੀ ਹੈ ਕਿ ਤਿੰਨੇ ਕਾਨੂੰਨ ਰੱਦ ਹੋ ਚੁੱਕੇ ਹੈ, ਬੜੀ ਸਾਡੇ ਇਹ ਮਾਣ ਵਾਲੀ ਗੱਲ ਹੈ। ਜਿਹੜੇ ਕਹਿੰਦੇ ਸੀ ਮੋਦੀ ਹੈ ਤਾਂ ਮੁਮਕਿਨ ਹੈ, ਜੋ ਮੋਦੀ ਨੇ ਕਹਿਤਾ ਉਹ ਕਦੇ ਵੀ ਪੁੱਠਾ ਨਹੀਂ ਜਾਂਦਾ ਹੁੰਦਾ, ਵਾਪਸ ਨਹੀਂ ਜਾਂਦਾ ਹੁੰਦਾ। ਉਹ ਅਸੀਂ ਸਿੱਧ ਕਰ ਦਿਖਾਇਆ ਕਿ ਲੋਕ ਵੱਡੇ ਹੁੰਦੇ ਆ, ਹਕੂਮਤਾਂ ਨਹੀਂ ਵੱਡੀਆਂ ਹੁੰਦੀਆਂ। ਅੱਜ ਲੋਕਾਂ ਦੀ ਕਚਹਿਰੀ ਨੇ ਜੋ ਫੈਸਲਾ ਕੀਤਾ ਸੀ ਕਿ ਤਿੰਨੇ ਕਾਨੂੰਨ ਰੱਦ ਕਰੋ, ਉਹ ਰੱਦ ਹੋ ਚੁੱਕਿਆ। ਲੋਕਾਂ ਦੀ ਕਚਹਿਰੀ ਦੀ ਜਿੱਤ ਹੋਈ ਹੈ। ਦੂਸਰੀ ਗੱਲ, ਜਿਹੜਾ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀ ਕਿ ਅਸੀਂ ਕਮੇਟੀ ਬਣਾਵਾਂਗੇ MSP ਤੇ, ਉਹ ਅਜੇ ਬਾਕੀ ਰਹਿੰਦਾ ਹੈ। ਉਹਨਾਂ ਨੇ ਐਲਾਨ ਅਜੇ ਨਹੀਂ ਕੀਤਾ ਅੱਜ ਦੇ ਸੈਸ਼ਨ ਦੇ ਵਿੱਚ। ਇੱਕ ਜਿਹੜਾ ਬਿੱਲ 2020 ਬਿਜਲੀ ਸੋਧ ਐਕਟ, ਉਹ ਵੀ ਅਜੇ ਰਹਿੰਦਾ। ਜਿਹੜੇ ਕੇਸ ਹੈ ਬੇਸ਼ੱਕ ਉਹਨਾਂ ਦਾ ਇੱਕ ਵਾਰ ਐਲਾਨ ਉਹਨਾਂ ਨੇ ਕਰਤਾ, ਪਰ ਉਹਦੇ ਤੇ ਤਸੱਲੀ ਨਹੀਂ ਵੱਜਦੀ। ਉਹ ਗ੍ਰਹਿ ਵਿਭਾਗ ਐਲਾਨ ਕਰੇ ਕਿ ਦੂਸਰੀਆਂ ਸਟੇਟਾਂ ਨੂੰ ਕਹਿ ਕੇ ਅਸੀਂ ਇਹ ਜਿਹੜੇ ਕੇਸ ਆ ਇਹ ਖਾਰਜ ਕਰਾਵਾਂਗੇ। ਇਵੇਂ ਜਿਵੇਂ ਕੰਪਨਸੇਸ਼ਨ ਵਾਲੀ ਵੀ ਕਹਿਣ ਵੀ ਉਹਨੂੰ ਲਾਗੂ ਕਰੋ। ਇਹ ਜਿਹੜੀਆਂ ਮੰਗਾਂ ਹੈ ਉਹ ਕੱਲ੍ਹ ਦੇ ਸੈਸ਼ਨ ਦੇ ਵਿੱਚ ਅਸੀਂ ਮੰਗ ਕਰਾਂਗੇ ਕਿ ਕੱਲ੍ਹ ਦੇ ਸੈਸ਼ਨ ਦੇ ਵਿੱਚ ਬਾਕੀ ਰਹਿੰਦੀਆਂ ਜਿਹੜੀਆਂ ਮੰਗਾਂ ਹੈ, ਜੋ ਅਸੀਂ PM ਨੂੰ ਖੁੱਲ੍ਹਾ ਖੱਤ ਲਿਖਿਆ ਸੀ ਉਹਦੇ ਵਿੱਚ ਉਹ ਦਰਜ ਹੈ, ਉਹਨਾਂ ਦਾ ਐਲਾਨ ਕਰ ਦੇਣ ਤਾਂ ਅਸੀਂ ਪਰਸੋਂ SKM ਦੀ ਮੀਟਿੰਗ ਬੁਲਾਈ ਹੈ। ਉਹ ਮੀਟਿੰਗ ਦੇ ਵਿੱਚ ਅਗਲਾ ਅਸੀਂ ਫੈਸਲਾ ਲੈ ਲਵਾਂਗੇ। 1 ਤਰੀਕ ਨੂੰ SKM ਦੀ ਮੀਟਿੰਗ ਹੋਊਗੀ। ਜਿਹੜਾ ਅਗਲੇ ਫੈਸਲਾ ਅੰਦੋਲਨ ਦੀ ਜਿਹੜੀ ਜਿੱਤ ਆ ਅੱਜ ਹੋ ਚੁੱਕੀ ਆ, ਅਗਲੇ ਜਿਵੇਂ ਵੀ ਅਗਲਾ ਕਾਰਵਾਈ ਹੋਣੀ ਆ ਤੇ MSP ਦੀ ਕਮੇਟੀ ਤੋਂ ਬਗੈਰ ਜਿਵੇਂ ਵੀ ਫੈਸਲਾ ਇੱਕ ਦਿਨ ਦਾ ਸਮਾਂ ਦਿੰਦੇ ਆ ਸਰਕਾਰ ਨੂੰ, ਤੇ ਉਹ 1 ਤਰੀਕ ਦੀ ਮੀਟਿੰਗ 'ਚ ਅਗਲੇ ਫੈਸਲੇ ਸਾਰੇ ਸੰਯੁਕਤ ਤੌਰ ਤੇ ਸਾਰੀਆਂ ਸਟੇਟ ਵਿੱਚ ਬੈਠ ਕੇ SKM ਵੱਲੋਂ ਲਿੱਤੀ ਜਾਊਗੀ। ਇਹ ਸਪੈਸ਼ਲ ਕੰਡੀਸ਼ਨਸ ਕ੍ਰੀਏਟ ਹੋਈਆਂ। ਜਿਹੜਾ ਆਪਾਂ ਭਰੋਸਾ ਸੀ ਵੀ ਰਾਜ ਸਭਾ 'ਚ ਆਪਾਂ ਬਿੱਲ ਪਾਸ ਕਰਾਉਣਾ, ਆਪਾਂ ਲੋਕ ਸਭਾ 'ਚ ਬਿੱਲ ਪਾਸ ਕਰਾਉਣਾ, ਹੋ ਗਿਆ। ਇਸ ਕਰਕੇ ਐਮਰਜੈਂਸੀ ਮੀਟਿੰਗ 1 ਤਰੀਕ ਦੀ ਬੁਲਾਈ ਗਈ ਆ ਤਾਂ ਇੱਕ ਦਿਨ ਸਰਕਾਰ ਨੂੰ ਦਿੱਤਾ ਗਿਆ ਵੀ ਜਿਹੜੀਆਂ ਖੁੱਲੀ ਚਿੱਠੀ ਵਿੱਚ ਮੰਗਾਂ ਨੇ ਸਾਡੀਆਂ ਉਹ ਵੀ ਪੂਰੀਆਂ ਕੀਤੀਆਂ ਜਾਣ। ਅੱਜ ਸਰ ਜਿਹੜੀ 4 ਦਸੰਬਰ ਦੀ ਮੀਟਿੰਗ ਸੀਗੀ ਉਹ ਹਾਲੇ ਕੰਟੀਨਿਊ ਜਾਂ ਉਹੀ ਸ਼ਿਫਟ ਕਰਕੇ ਇੱਕ ਨੂੰ ਆ ਗਈ ਹੈ? ਹੁਣ ਉਹ 1 ਨੂੰ ਆ ਗਈ ਆ, ਉਹ ਸ਼ਿਫਟ ਕਰਕੇ 1 ਨੂੰ ਕੀਤੀ ਜਾਊਗੀ। 4 ਦਸੰਬਰ ਦੀ ਜਿਹੜੀ ਮੀਟਿੰਗ ਆ ਉਹ ਜਿਉਂ ਦੇ ਤੋਂ ਆ, ਕਿਉਂਕਿ ਐਮਰਜੈਂਸੀ ਕੰਡੀਸ਼ਨ ਦੇ ਵਿੱਚ ਜਿਹੜੇ 42 ਆਪਣੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਜਾਂਦੇ ਹੁੰਦੇ ਸੀ, ਜਿਹੜੇ ਆਪਾਂ 11 ਦੇ ਦੌਰ ਦੀ ਮੀਟਿੰਗ 'ਚ ਰਹੇ ਆ, ਉਹ ਆ ਕੇ ਮੀਟਿੰਗ 1 ਤਰੀਕ ਨੂੰ ਸਪੈਸ਼ਲ ਕਰਨਗੇ। ਕਿੰਨੇ ਵਜੇ ਦਾ ਸਮਾਂ ਰੱਖਿਆ ਗਿਆ ਜੀ? 11 ਵਜੇ ਦਾ ਸਮਾਂ 1 ਤਰੀਕ ਨੂੰ। सर मनजीत राय जी ने, आपके नेता ने ये बात बोली थी कि जो ये पूरा आंदोलन इसको वापस लेना चाहिए क्योंकि सरकार ने मांगे माल नहीं है, और बाकायदा फेसबुक पे उन्होंने ये बात कही थी, और छोटे छोटे आंदोलन राज्यों में होते रहे, बाकी MSP को लंबा टाइम लगेगा, ये बात उन्होंने कही थी। इसको लेकर आप लोगों की 32 जत्थेबंदियों को क्या राय है? हमारी जो भी राय आती है हम एक बार बनाते हैं, उसके बाद वो राय SKM में रखते हैं, उसमें से पास होती है। इसीलिए वो राय बना ली है और 1 तरीक में SKM में रखेंगे, उसके बाद वो पास की जाएगी। क्या राय बनाई गई है? क्या राय बनाई गई है? ये SKM की मीटिंग में बताएंगे। चार्जशीट पेश हो चुकी है ਹਮੀਦ ਜੀ, ਚਾਰਜਸ਼ੀਟ ਪੇਸ਼ ਹੋ ਚੁੱਕੀ ਹੈ ਸੁਪਰੀਮ ਕੋਰਟ ਦੇ ਵਿੱਚ। ਫਿਰ ਕੇਸ ਨਾ ਤਾਂ ਸਰਕਾਰ ਦੇ ਹੱਥ ਵਾਸਾ, ਨਾ ਹੋਮ ਮਿਨਿਸਟਰੀ ਦਾ, ਨਾ ਸਟੇਟ ਦੇ ਹੱਥ ਵਾਸਾ ਜੀ। ਫਿਰ ਉਸ ਪ੍ਰਕਿਰਿਆ ਨੂੰ ਜਿਹੜੀ ਹੈਗੀ ਲੀਗਲ ਪ੍ਰਕਿਰਿਆ, ਉਹਨੂੰ ਕਿਵੇਂ ਵੇਖਦੇ? ਇਹੀ ਅਸੀਂ ਸਮਝਣਾ ਚਾਹੁੰਦੇ ਹਾਂ ਵੀ ਜਿਹੜੀ ਪ੍ਰਕਿਰਿਆ ਬੁਰਜਗਿੱਲ ਜੀ ਨੇ ਕਿਹਾ ਵੀ ਉਹ ਕੇਸ ਵਾਪਸ ਕਰਨ ਦੀ ਇੱਕ HM ਵੱਲੋਂ ਲੈਟਰਸ ਜਾਣੀ ਚਾਹੀਦੀਆਂ ਸਾਰੇ ਮਿਨਿਸਟਰਸ ਨੂੰ, ਹੋਮ ਮਿਨਿਸਟਰ ਨੂੰ, ਸਟੇਟਸ ਨੂੰ, ਵੀ ਆਪਣੇ ਕੇਸ ਵਾਪਸ ਲਿੱਤੇ ਜਾਣ। ਉਹ ਪ੍ਰਕਿਰਿਆ ਨੂੰ ਸਮਝਣ ਵਾਸਤੇ 1 ਦਿਨ ਦਾ ਟਾਈਮ ਦਿੱਤਾ ਗਿਆ। ਪਹਿਲਾਂ ਤਾਂ ਸਾਫ਼ ਕਰ ਦਈਏ ਵੀ ਚਾਰਜਸ਼ੀਟ ਸੁਪਰੀਮ ਕੋਰਟ 'ਚ ਪੇਸ਼ ਨਹੀਂ ਹੁੰਦੀ। ਨਹੀਂ, ਮੈਂ ਇੱਥੇ ਹੀ ਹਾਂ। ਮੈਂ ਸਿਰਫ ਬੇਨਤੀ ਇਹ ਕਰਦਾ, ਪਹਿਲਾਂ ਜਿਹੜੀ ਚਾਰਜਸ਼ੀਟ ਹੈ ਨਾ ਉਹ ਸੁਪਰੀਮ ਕੋਰਟ 'ਚ ਨਹੀਂ ਪੇਸ਼ ਹੋਇਆ ਕਰਦੀ। ਇਹ ਟ੍ਰਾਇਲ ਕੋਰਟ ਦਾ ਮਾਮਲਾ ਹੈ। ਕੇਸ ਜਿਹੜੇ ਦਰਜ ਹੋਏ ਨੇ, ਜਿਸ ਪੁਲਿਸ ਸਟੇਸ਼ਨ ਦੀ ਜੁਰਿਡਿਕਸ਼ਨ ਹੁੰਦੀ ਹੈ ਉਸ ਕੋਰਟ 'ਚ ਚਾਰਜਸ਼ੀਟ ਪੇਸ਼ ਹੁੰਦੀ ਹੈ। ਸਿਰਫ ਦਿੱਲੀ ਦੇ ਵਿੱਚ ਲਾਲ ਕਿਲੇ ਜਿਹੜੀ FIR ਹੈ ਇੱਕੋ ਹੀ ਚਾਰਜਸ਼ੀਟ ਪੇਸ਼ ਹੋਈ ਹੈ, ਬਾਕੀ ਕਿਸੇ ਕੇਸ 'ਚ ਪੇਸ਼ ਹੋਈ ਨਹੀਂ। ਨਾ ਕਿਸੇ ਸਟੇਟ 'ਚ ਪੇਸ਼ ਹੋਈ ਹੈ, ਨਾ ਕਿਤੇ ਹਰਿਆਣੇ 'ਚ ਹੋਈ ਹੈ। ਇਸ ਲਈ ਮੇਅਰ FIR ਨੇ, ਜਿਹੜੀ ਮੇਅਰ FIR ਹੈ ਨੂੰ ਹੋਮ ਮਿਨਿਸਟਰੀ ਆਰਡਰ ਕਰੇ ਤਾਂ ਉਹ ਇੱਕਦਮ ਕੈਂਸਲ ਹੋ ਜਾਂਦੀ ਹੈ। ਜੇ ਚਾਰਜਸ਼ੀਟ ਪੇਸ਼ ਹੁੰਦੀ ਹੈ ਤਾਂ 301 CRPC ਦੇ ਵਿੱਚ
ਵਿਡਰਾਲ ਫਰਮ ਪ੍ਰੋਸੀਕਿਊਸ਼ਨ ਇੱਕ ਐਪਲੀਕੇਸ਼ਨ ਦੇਣੀ ਪੈਂਦੀ, ਉਹ ਵਿਡਰਾ ਹੋ ਜਾਂਦੇ ਨੇ। ਸੋ ਇਹ ਹੋ ਰਿਹਾ ਜਿਵੇਂ ਕਾਦੀਆਂ ਸਾਹਿਬ ਨੇ ਦੱਸਿਆ, ਦੈਟ ਇਜ਼ ਇਨ ਦਾ ਪ੍ਰੋਸੈਸ, ਦੈਟ ਵਿਲ ਬੀ ਡਨ। ਜਿਹੜੇ ਮਸਲਿਆਂ ਦੀ ਐਨਆਈਏ ਜਾਂਚ ਕਰ ਰਿਹਾ, ਉਹ ਐਨਆਈਏ ਜਾਂਚ ਕਰ ਰਿਹਾ ਜਿਹੜੇ ਮਸਲਿਆਂ ਦੀ, ਐਨਆਈਏ ਜਾਂਚ ਕਰ ਰਿਹਾ ਜਿਹੜੇ ਮਸਲਿਆਂ ਦੀ ਇਨਵੈਸਟੀਗੇਸ਼ਨ ਕੀਤਾ ਜਾ ਰਿਹਾ, ਉਹ ਤਾਂ ਆਲਰੇਡੀ ਕੈਂਸਲ ਹੋ ਗਈ ਸੀ, ਉਹਨਾਂ ਕੋਈ ਨੇ ਇਸ ਤਾਂ ਪੇਸ਼ ਹੀ ਨਹੀਂ ਹੋਇਆ। ਅਸੀਂ ਪਹਿਲਾਂ ਨੂੰ ਰਿਜੈਕਟ ਕਰਤਾ ਸੀ। ਜੇਕਰ ਐਨਆਈਏ ਦਾ ਨੋਟਿਸ ਕਿਸੇ ਨੂੰ ਹੈ, ਅੰਦੋਲਨ 1 ਤਰੀਕ ਤੱਕ, ਅਗਲੇ ਮੀਟਿੰਗ ਦਾ ਜੋ ਅੰਦੋਲਨ ਜਾਰੀ रहेगा 1 ਤਰੀਕ ਤੱਕ ਚਲੇਗਾ। ਹਰਮੀਤ ਜੀ, ਜਿਹੜਾ ਕੰਪਨਸੇਸ਼ਨ ਦੇਣਾ ਸੀ ਕਿਸਾਨ ਆਗੂਆਂ ਨੇ 32 ਜਥੇਬੰਦੀਆਂ ਸੰਯੁਕਤ ਸਾਨੂੰ 2-2 ਲੱਖ ਰੁਪਇਆ ਸ਼ਹੀਦ ਕਿਸਾਨਾਂ ਨੂੰ, ਉਹ ਕਦੋਂ ਤੱਕ ਦਿੱਤਾ, ਕਿੰਨੇ ਕੁ ਦਿੱਤਾ ਜੀ ਸੰਯੁਕਤ ਕਿਸਾਨ ਮੋਰਚੇ ਜਿਹੜੇ ਕਿਸਾਨ ਸ਼ਹੀਦ ਹੋਏ ਆ ਜੀ? ਐਸਕੇਐਮ ਦੀ ਮੀਟਿੰਗ ਤੋਂ ਬਾਅਦ ਉਹ ਕਲੈਰੀਫਿਕੇਸ਼ਨ ਦਿੱਤੀ ਜਾਊਗੀ। ਐਸਕੇਐਮ ਦੀ ਮੀਟਿੰਗ ਮਹੱਤਵਪੂਰਨ ਹੈ, ਸਾਰੀ ਸਟੇਟ ਨੂੰ ਬਿਹਤਰ ਕਰਦੀ ਹੈ। ਜਿਹੜੇ ਪੰਜਾਬ ਦੇ ਸ਼ਹੀਦ ਹੋਇਆ ਉਹ 665 ਹੈ, ਸਭ ਤੋਂ ਵੱਡੀ ਗਿਣਤੀ ਪੰਜਾਬ ਦੀ ਹੈ। ਉਹਦੇ ਚ ਕਾਫੀ ਵੱਡੀ ਗਿਣਤੀ ਨੂੰ ਜਿਹੜਾ 5-5 ਲੱਖ ਦਾ ਮੁਆਵਜ਼ਾ ਹੈ ਉਹ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ, ਔਰ ਨੌਕਰੀਆਂ ਦੇ ਵੀ ਮਤਲਬ ਉਹਨਾਂ ਨੂੰ ਘਰ ਘਰ ਜਾ ਕੇ ਉਹਨਾਂ ਨੂੰ ਕਹਿ ਦਿੱਤਾ। ਸੰਯੁਕਤ ਕਿਸਾਨ ਮੋਰਚਾ 2-2 ਲੱਖ ਦੇਵੇਗਾ ਆਪਣੇ ਤੌਰ ਤੇ ਜੀ। ਮੋਰਚਾ ਲੰਬਾ ਚੱਲਣ ਕਾਰਨ ਐਡੀ ਕੋਈ ਆਰਥਿਕ ਸਥਿਤੀ ਨਹੀਂ ਹੈ ਮੋਰਚੇ ਦੀ ਵੀ ਉਹ ਇਸ ਚੀਜ਼ ਕਰ ਸਕੇ। ਇਦਾਂ ਸਰਕਾਰਾਂ ਤੋਂ ਦਿਵਾਉਣ ਤੋਂ ਤਾਂ ਹੀ ਮੁਆਵਜ਼ੇ ਦੀ ਅਸੀਂ ਮੰਗ ਕੀਤੀ ਆ। ਸਰਕਾਰ, ਸੈਂਟਰਲ ਸਰਕਾਰ ਨੇ ਜਿਹੜਾ ਐਲਾਨ ਕੀਤਾ ਉਹਦੇ ਚ ਹੁਣ ਕਿਵੇਂ ਉਹ ਕਿੰਨਾ ਦਿੰਦੇ ਆ ਤੇ ਕਿੰਨਾ ਦਿੰਦੇ ਆ, ਉਹਦੇ ਵਾਸਤੇ ਕਲੀਅਰ ਵਾਸਤੇ ਕੱਲ ਦਾ ਦਿਨ ਸੈਂਟਰ ਸਰਕਾਰ ਨੂੰ ਦਿੱਤਾ ਜਾ ਰਿਹਾ। ਕਮੇਟੀ ਫਾਰਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਕਮੇਟੀ ਦੀ ਰੂਪਰੇਖਾ ਕੀ ਹੋਣੀ ਚਾਹੀਦੀ ਹੈ? ਤੁਹਾਡੇ ਕੋਲ ਕੀ ਪ੍ਰਪੋਜ਼ਲ ਤਿਆਰ ਕੀਤਾ ਉਸ ਚੀਜ਼ ਨੂੰ ਲੈ ਕੇ? ਹਾਲੇ ਤੱਕ ਸਰਕਾਰ ਨੇ ਜਿਹੜੀ ਐਲਾਨ ਕੀਤਾ ਸਾਡੇ ਐਸਕੇਐਮ ਤੱਕ ਜਾਂ 32 ਜਥੇਬੰਦੀਆਂ ਤੱਕ ਕੋਈ ਪ੍ਰਪੋਜ਼ਲ ਲੈ ਕੇ ਨਹੀਂ ਆਏ, ਪਰ ਉਹ ਸੁਣਿਆ ਵੀ ਤੁਹਾਡੇ ਜਿਹੜੇ ਕਿਸਾਨਾਂ ਦਾ ਵੀ ਨੁਮਾਇੰਦਗੀ ਰੱਖੀ ਜਾਊਗੀ, ਜਿਹੜੀ ਸਾਡੀ ਪੁਰਾਣੀ ਮੰਗ ਸੀ, ਪਰ ਟਨਿਓਰ ਨਹੀਂ ਦੱਸੀ ਗਈ, ਕਲੈਰਿਟੀ ਵੀ ਕਿੰਨੇ ਦੇਰ 'ਚ ਉਹ ਕਮੇਟੀ ਆਪਣਾ ਕੰਮ ਕਰਕੇ ਰੱਖ ਦੂਗੀ। ਇਹ ਕਲੈਰਿਟੀ ਅਸੀਂ ਅੱਜ ਤੁਹਾਡੇ ਦੌਰਾਨ ਸਰਕਾਰ ਤੋਂ ਹੀ ਮੰਗ ਕਰ ਰਹੇ ਹਾਂ ਵੀ ਉਹ ਐਮਐਸਪੀ ਦੀ ਕਮੇਟੀ ਆ, ਉਹਦੇ ਮੈਂਬਰਸ਼ਿਪ, ਉਹਦਾ ਟਨਿਓਰ ਕਿੰਨਾ ਹੋਊਗਾ ਤੇ ਕੀ ਉਹ ਕਿੱਦਾਂ ਲੀਗਲ ਬਣਾਉਣ ਦੀ ਜਿਹੜੀ ਪ੍ਰਕਿਰਿਆ ਉਹ ਕਿੰਨੀ ਦੇਰ ਤੱਕ ਕੰਪਲੀਟ ਕੀਤੀ ਜਾਊਗੀ। ਇਹ ਸਾਰੇ ਫੈਸਲੇ ਐਸਕੇਐਮ ਕਮੇਟੀ ਦੇ ਨੇ। ਜੇ ਬੀਜੇਪੀ ਦਾ ਵਿਰੋਧ ਸੀ ਕਿਉਂਕਿ ਉਹ ਕਾਲੇ ਕਾਨੂੰਨ ਲੈ ਕੇ ਆਏ ਸੀ, ਉਹੀ ਕਾਲੇ ਕਾਨੂੰਨ ਵਾਪਸ ਹੋਏ ਆ। ਜਿੱਦਾਂ ਦੀ ਵੀ ਇਹ ਕਲੈਰਿਟੀ ਹੈ ਐਸਕੇਐਮ ਦੇ ਵਿੱਚ ਦਿੱਤੀ ਜਾਊਗੀ। ਅਸੀਂ ਚਾਹੁੰਦੇ ਆ, ਸਾਡੇ 32 ਜਥੇਬੰਦੀਆਂ ਵੱਲੋਂ ਚਾਹੁੰਦੇ ਆ ਹਾਲੇ ਐਸਕੇਐਮ 'ਚ ਲੈ ਕੇ ਆਉਣਾ, ਪਰ ਪ੍ਰਾਈਮ ਮਿਨਿਸਟਰ ਇਸ ਗੱਲ ਤੇ ਪਾਰਲੀਮੈਂਟ ਦੇ ਵਿੱਚ ਬੋਲੇ। ਹਰਮੀਤ ਜੀ, ਕੋਈ ਸਿਆਸੀ ਧੜਾ ਵੀ ਬਣ ਸਕਦਾ ਪੰਜਾਬ ਦੇ ਵਿੱਚ? ਕੋਈ ਧੜਾ ਹਾਲੇ ਅਸੀਂ ਲੜਾਈ ਲੜ ਰਹੇ ਆ ਤੁਹਾਡੇ ਸਾਹਮਣੇ, ਜਿਵੇਂ ਜਿਵੇਂ ਜਿੱਤਾਂ ਪ੍ਰਾਪਤ ਕਰ ਰਹੇ ਆ। ਇਹ ਗੈਰ ਸਿਆਸੀ ਰੱਖਿਆ ਗਿਆ। ਤੁਸੀਂ 1 ਸਾਲ ਤੋਂ ਕਵਰ ਕਰ ਰਹੇ ਆ ਵੀ ਇੱਕ ਵੀ ਬੰਦਾ ਅਸੀਂ ਸਟੇਜ ਤੇ ਸਿਆਸੀ ਨਹੀਂ ਚੜ੍ਹਨ ਦਿੱਤਾ। ਹਾਲੇ ਇਸ ਵੱਲ ਕੋਈ ਧਿਆਨ ਨਹੀਂ। ਪੰਜਾਬ ਦੀ ਰਾਜਧਾਨੀ ਵਾਲੇ ਹੋਣਗੇ ਕਿ ਤੁਹਾਡੀਆਂ ਮੰਗਾਂ ਕੁਝ ਕਰੇ ਉਧਰ ਵੀ ਪੈਂਡਿੰਗ ਨੇ। ਸਾਡਾ ਇੱਕ ਬਹੁਤ ਮਹੱਤਵਪੂਰਨ ਮੰਗ ਆ ਜਿਹੜੀ ਕਿ ਆ ਸਰਕਾਰ, ਪੰਜਾਬ ਸਰਕਾਰ ਲੈ ਕੇ ਆਈ ਸੀ ਕਰਜ਼ੇ ਦੀ, ਜਿਹੜੇ ਉਹਨਾਂ ਨੇ ਸਾਡੇ ਨਾਲ ਮੀਟਿੰਗ ਕਰਕੇ 1 ਹਫ਼ਤੇ ਦਾ ਟਾਈਮ ਲਿੱਤਾ ਸੀ, ਪਰ ਅਸੀਂ ਇੱਧਰ ਉਲਝੇ ਕਾਰਨ ਉਹਨਾਂ ਨੂੰ ਹੁਣ ਦੱਸਣਾ ਚਾਹੁੰਦੇ ਆ ਵੀ ਆਪਣੀ ਤਿਆਰੀ ਰੱਖ ਲਓ। ਆਉਣ ਵਾਲੇ ਸਮੇਂ 'ਚ ਤੁਹਾਡੇ ਕਰਜ਼ੇ ਦੀ ਤੁਸੀਂ ਜਿਹੜੀ ਮੰਗ ਸਾਡੀ ਪੂਰੀ ਨਹੀਂ ਕੀਤੀ, ਜੇ ਨਾ ਕੀਤੀ ਤਾਂ ਆ ਵੱਡਾ ਅੰਦੋਲਨ ਲੜਿਆ ਜਾ ਸਕਦਾ ਪੰਜਾਬ ਦੇ ਉਲਟ। 1 ਤਰੀਕ ਨੂੰ ਵਾਪਸ ਲੈ ਕੇ ਜਾ ਸਕਦੇ ਹੋ, ਐਲਾਨ ਕਰ ਸਕਦੇ ਹੋ? ਇਹ ਐਸਕੇਐਮ ਫੈਸਲਾ ਕਰੂਗਾ, ਕੱਲਾ ਪੰਜਾਬ ਜਾਂ 32 ਜਥੇਬੰਦੀਆਂ ਇਹ ਫੈਸਲਾ ਨਹੀਂ ਕਰ ਸਕਦੀਆਂ। ਸਾਰਿਆਂ ਨੂੰ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਤੁਹਾਡੇ ਚਿਹਰੇ ਦੱਸਦੇ ਪਏ ਆ ਵੀ ਤੁਸੀਂ ਪੀਸੀ ਕਿਵੇਂ